ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ। 18 ਜੁਲਾਈ ਦੇ ਦਿਨ ਪ੍ਰੋਫੈਸਰ ਕਾਫੀ ਅਹਿਮ ਰਿਹਾ ਮੁਲਕ ਦੀ ਸਿਆਸਤ ਦੇ ਲਈ। ਕੀ ਫੈਸਲਾ ਕੀਤਾ ਕਾਂਗਰਸ ਵਾਲਿਆਂ ਨੇ ਤੇ ਉਧਰੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿਹੜੀ ਮੀਟਿੰਗ ਸੱਦੀ ਸੀ ਬੀਜੇਪੀ ਨੇ, ਉਹਦੇ ਵਿੱਚੋਂ ਕੀ ਪ੍ਰਤੀਕਰਮ ਨਿਕਲ ਕੇ ਸਾਹਮਣੇ ਆਇਆ? ਵੈਸੇ ਤਾਂ ਕਾਫੀ ਸੁਣ ਸੁਣਾ ਲਿਆ ਹੋਣਾ ਲੋਕਾਂ ਨੇ, ਪਰ ਉਹਦਾ ਨਿਚੋੜ ਕੀ ਨਿਕਲਦਾ ਆ? ਕੀ ਕਾਂਗਰਸ ਕੋਈ ਨਵੀਂ ਵਿਚਾਰਧਾਰਾ ਦੇ ਨਾਲ, ਜੋ ਜਿੰਨੀਆਂ ਵਿਰੋਧੀ ਧਿਰਾਂ ਰਲ ਕੇ ਜਿਹੜੀਆਂ ਉਹ ਦੇਸ਼ ਨੂੰ ਨਵੀਂ ਦਿਸ਼ਾ ਦੇਣ ਵੱਲ ਤੁਰ ਰਹੀਆਂ ਨੇ, ਜਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਦੋਂ ਗੱਲਾਂ ਇਹ ਕਰਦੇ ਨੇ ਕਿ ਕੁਝ ਗਲਤੀਆਂ ਹੋ ਜਾਂਦੀਆਂ ਨੇ ਜਾਂ ਗਲਤੀਆਂ ਹੋਈਆਂ ਨੇ, ਤਾਂ ਉਹਦੇ ਕੀ ਮਾਇਨੇ ਸਮਝੇ ਜਾਣ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਸੰਬੋਧਨ ਕੀਤਾ? ਮੈਂ ਚਾਹਾਂਗਾ ਪਹਿਲਾਂ ਆਪਾਂ ਜਿਹੜਾ ਵਿਰੋਧੀ ਧਿਰਾਂ ਦੀ ਏਕਤਾ ਉੱਥੋਂ ਸ਼ੁਰੂ ਕਰੀਏ, ਫਿਰ ਦੂਜਾ ਸਵਾਲ ਮੋਦੀ ਸਾਹਿਬ ਵਾਲਾ ਕਰਦੇ ਆ। ਬਿਲਕੁਲ 18 ਤਰੀਕ ਬਹੁਤ ਅਹਿਮ ਦਿਨ ਆ। 17 ਤਰੀਕ ਦਾ ਡਿਨਰ ਹੋਇਆ ਸੀਗਾ, ਰਾਤ ਦਾ ਭੋਜਨ ਹੋਇਆ ਸੀ, ਉੱਥੇ ਗੱਲਾਂ ਬਾਤਾਂ ਹੋਈਆਂ ਤੇ 18 ਤਰੀਕ ਨੂੰ ਯਾਨੀ ਕੱਲ ਫਿਰ ਵੱਡੀ ਮੀਟਿੰਗ ਹੋਈ ਜਿਸ 'ਚ 26 ਪਾਰਟੀਆਂ ਨੇ, ਅਲੱਗ-ਅਲੱਗ ਪਾਰਟੀਆਂ ਨੇ ਹਿੱਸਾ ਲਿਆ। ਤੁਹਾਨੂੰ ਪਤਾ ਕਿ ਪਹਿਲਾਂ 23 ਜੂਨ ਨੂੰ ਪਟਨੇ 'ਚ ਹੋਈ ਸੀ, ਉੱਥੇ 15 ਪਾਰਟੀਆਂ ਸੀ ਤੇ ਹੁਣ ਉਹ ਵੱਧ ਕੇ 26 ਹੋ ਗਈਆਂ। ਮੁੱਖ ਤੌਰ ਤੇ ਉੱਥੇ ਸਾਰੀਆਂ ਹੀ ਉਹ ਵਿਰੋਧੀ ਪਾਰਟੀਆਂ ਸੀ। 7-8 ਚੀਫ ਮਿਨਿਸਟਰ, ਕੋਈ ਪੁਰਾਣੇ ਚੀਫ ਮਿਨਿਸਟਰ, ਕੋਈ ਹੋਣ ਵਾਲੇ ਚੀਫ ਮਿਨਿਸਟਰ ਤੇ ਆਪ ਵਾਲੇ ਵੀ ਦੋਵੇਂ ਚੀਫ ਮਿਨਿਸਟਰ, ਭਗਵੰਤ ਮਾਨ, ਕੇਜਰੀਵਾਲ ਵਿੱਚੇ ਸੀਗੇ, ਸਟਾਲਨ ਸੀ, ਨਿਤਿਸ਼ ਸੀ, ਫਿਰ ਕਸ਼ਮੀਰ ਵਾਲੇ ਦੋਨੋਂ ਹੀ ਜੋ ਪਿਛਲੀ ਵਾਰੀ ਵੀ ਮੀਟਿੰਗ ਦੇ ਵਿੱਚ ਸੀਗੇ, ਨੈਸ਼ਨਲ ਕਾਨਫਰੰਸ ਵਾਲੇ ਤੇ PDP ਵਾਲੇ ਮੈਡਮ ਉਹ ਵੀ ਸੀਗੇ। ਇਸੇ ਤਰੀਕੇ ਨਾਲ ਕਾਂਗਰਸ ਦੇ ਆਪਣੇ ਤੇ ਖੈਰ ਸੀਗੇ। ਜਿਹੜੀ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਉਹ ਵੀ ਉੱਥੇ ਦੇਖਣ ਨੂੰ ਮਿਲੇ। ਜਾਣੀ 26 ਪਾਰਟੀਆਂ ਦਾ, ਜਾਣੀ TMC ਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਉਹ ਇੱਕ ਅਹਿਮ ਭੂਮਿਕਾ ਨਿਭਾ ਰਹੇ ਆ ਰਾਜਨੀਤਿਕ ਤੌਰ ਤੇ ਵੀ ਤੇ ਬਾਕੀ ਤੌਰ ਤੇ ਵੀ, ਉਹ ਵੀ ਉੱਥੇ ਦੇਖਣ ਨੂੰ ਤੁਹਾਨੂੰ ਮਿਲੇ। ਇਹ ਵੱਡੇ ਚਿਹਰੇ ਹੋਰ ਵੀ ਕਈ ਹੋਣਗੇ ਮੇਰੇ ਕੋਲੋਂ ਜੇ ਨਾਂ ਲੈਣ ਤੋਂ ਰਹਿ ਗਿਆ ਤੇ। ਪਰ ਸੁਖਵਿੰਦਰ, ਜਿਹੜਾ ਇਹ ਸਾਰੀ ਦੇਖਣ ਨੂੰ ਉੱਥੇ ਪ੍ਰਕਿਰਿਆ ਮਿਲੀ ਕਿ ਉੱਥੇ ਅੰਦਰ ਬੜੀ ਸੰਜੀਦਾ ਢੰਗ ਨਾਲ ਬਹਿਸ ਹੋਈ, ਗੱਲਬਾਤ ਹੋਈ, ਨਵੇਂ ਬੜੇ ਵਿਚਾਰ ਆਏ ਤੇ ਸਾਰੀ ਅਗਵਾਈ ਇਸ ਜਮਾਵੜੇ ਦੀ, ਜਿਹੜਾ ਬੈਂਗਲੁਰੂ ਵਾਲਾ ਜਮਾਵੜਾ ਸੀ, ਉਹ ਕਾਂਗਰਸ ਦੇ ਜਿਹੜੇ ਕੌਮੀ ਪ੍ਰਧਾਨ ਆ ਖੜਗੇ ਸਾਹਿਬ, ਮਲਕਾਰਜੁਨ ਖੜਗੇ, ਉਹਨਾਂ ਨੇ ਵੱਲੋਂ ਸੀਗੀ ਤੇ ਉਹਨਾਂ ਨੇ ਹੀ ਉਸ ਗੱਲ ਦੀ ਸਾਰੀ ਮੀਡੀਆ ਨੂੰ ਬਰੀਫਿੰਗ ਕੀਤੀ ਕਿ ਅੰਦਰ ਸਾਡੀ ਕੀ ਗੱਲਬਾਤ ਹੋਈ ਹੈ। ਫਿਰ ਸਟੇਜ ਦੇ ਉੱਤੋਂ ਅਲੱਗ-ਅਲੱਗ ਲੋਕ ਬੋਲੇ, ਕੇਜਰੀਵਾਲ ਬੋਲੇ, ਰਾਹੁਲ ਜੀ ਬੋਲੇ, ਇਸੇ ਤਰੀਕੇ ਨਾਲ ਆਪਣਾ ਉਧਵ ਠਾਕਰੇ ਬੋਲੇ। ਬਹੁਤ ਜ਼ਿਆਦਾ ਨਹੀਂ, ਅੱਜ ਜਿਸ ਤਰ੍ਹਾਂ ਕੱਲਾ ਪਿਛਲੀ ਵਾਰੀ ਬੋਲਿਆ ਸੀ ਉਸ ਤਰੀਕੇ ਨਾਲ ਨਹੀਂ ਕੀਤਾ। 4-5 ਬੰਦੇ ਸਟੇਜ ਤੋਂ ਜਿਹੜੇ ਬੋਲੇ, ਉਦੋਂ ਬਾਅਦ ਮੀਡੀਆ ਦੇ ਵੀ ਸਵਾਲ ਹੋਏ। ਮੈਂ ਤਾਂ ਇਹ ਕਹਿ ਰਿਹਾ ਕਿ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਇੱਕ ਮਾੜਾ ਮੋਟਾ ਅੰਦਾਜ਼ਾ ਲੱਗ ਜੇ ਕਿ ਹੋਇਆ ਕੀ। ਪਰ ਜਿਹੜਾ ਉੱਥੇ ਨਿਕਲ ਕੇ ਆਇਆ, ਜਿਹੜੇ ਅਨਾਉਂਸਮੈਂਟਸ ਹੋਈਆਂ, ਸਭ ਤੋਂ ਵੱਡੀ ਅਚੀਵਮੈਂਟ ਕਹਿ ਲਓ ਜਾਂ ਸਭ ਤੋਂ ਵੱਡਾ ਜਿਹੜਾ ਅੱਜ ਦਾ ਨੇਪਰੇ ਚੜਿਆ ਕੋਈ ਏਜੰਡਾ, ਉਹ ਸੀ ਇਸ ਨਵੇਂ ਪਲੇਟਫਾਰਮ ਦਾ ਨਾਮਕਰਨ, ਵੀ ਇਹਦਾ ਨਾਂ ਕੀ ਰੱਖਿਆ ਜਾਏ। ਜਾਣੀ ਬੱਚਾ ਤੇ ਜੰਮ ਪਿਆ ਵੀ ਹੁਣ ਨਾਂ ਰੱਖਣਾ ਬਹੁਤ ਵੱਡਾ ਹੁੰਦਾ। ਕਈ ਤੇ ਕਿਤਾਬਾਂ ਪੜ੍ਹਦੇ, ਕਈ ਪੰਡਤਾਂ ਨੂੰ ਪੁੱਛਦੇ, ਕਈ ਕਿਸਮ ਦੇ, ਕੋਈ ਗ੍ਰੰਥ ਪੜ੍ਹਦੇ ਆ ਕਿ ਉਹਦੇ ਚੋਂ ਕੋਈ ਵਧੀਆ ਜਿਹਾ ਨਾਂ ਲੱਭੇ, ਕਈ ਫਿਰ ਜੋੜ ਜਾੜ ਲੈਂਦੇ ਆ ਇਸ ਤਰ੍ਹਾਂ ਦਾ, 2-2 4-4 ਨਾਂ ਜੋੜ ਕੇ ਵੀ ਬਣਾ ਲੈਂਦੇ ਕਿ ਬਿਲਕੁਲ ਨਵਾਂ ਹੋਣਾ ਚਾਹੀਦਾ। ਇਹਨਾਂ ਨੇ ਵੀ ਬੜਾ ਸੋਚ ਸਮਝ ਕੇ ਨਾਂ ਉਸੇ ਤਰੀਕੇ ਨਾਲ ਰੱਖਿਆ। ਪਤਾ ਨਹੀਂ ਪੰਡਤਾਂ ਨੂੰ ਪੁੱਛਿਆ ਜਾਂ ਰਾਜਨੀਤਿਕ ਪੰਡਤਾਂ ਨੂੰ ਪੁੱਛਿਆ, ਕਿਹਨੂੰ ਪੁੱਛਿਆ, ਨਾਂ ਰੱਖਿਆ। ਬਹੁਤੇ ਮੈਂ ਵੇਖਿਆ ਬੜੇ ਸਿਆਣੇ ਨੈਸ਼ਨਲ ਮੀਡੀਆ ਵਾਲਿਆਂ ਨੂੰ ਵੀ ਨਾਂ ਜਿਹੜਾ ਪੂਰਾ ਉਸੇ ਹੀ ਕੰਪਲੀਟਲੀ ਠੀਕ ਨਹੀਂ ਲੈਣਾ ਆ ਰਿਹਾ, ਇਹੋ ਜਿਹਾ ਤਕੜਾ ਨਾਂ ਰੱਖਿਆ। ਉਹਦਾ ਐਬਰੀਵੇਸ਼ਨ ਤੇ ਬਣਦਾ ਇੰਡੀਆ, INDIA। ਉਹਦਾ ਨਾਂ ਜੇ ਤੁਸੀਂ ਡਿਟੇਲ 'ਚ ਦੇਖੋਗੇ ਇਹਦਾ ਬਣਿਆ ਕੀ, ਇਹ ਕਿਉਂ ਨਾਂ ਰੱਖਿਆ, ਤੇ ਉਹ ਤੇ ਇਹ ਜਿਹੜਾ ਇੰਡੀਆ ਦਾ ਡਿਟੇਲ 'ਚ ਜੇ ਦੇਖਿਆ ਜਾਏ ਤੇ ਉਹ ਇਹ ਬਣਦਾ ਆ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ। ਅੱਛਾ, ਹੁਣ ਇੰਡੀਆ ਬਣ ਗਿਆ। ਇੱਕ ਜਿਹੜੀ ਨਵੀਂ ਚੀਜ਼ ਇਹਦੇ 'ਚ ਬਣੀ ਕਿ ਜਿਹੜੀ ਪੋਲੀਟਿਕਸ ਆ, ਇਹ ਤੇ ਪੋਲਰਾਈਜੇਸ਼ਨ ਹਿੰਦੂ ਵਰਸਸ ਅਦਰਸ ਕਰਨਾ ਚਾਹੁੰਦੇ ਸੀ BJP ਵਾਲੇ, ਤੇ ਇਹਨਾਂ ਨੇ ਸੈਕੂਲਰ ਏਜੰਡੇ ਤੇ NDA ਵਰਸਸ ਇੰਡੀਆ ਕਰਤਾ।
ਇੰਡੀਏ ਤੇ ਹੁਣ ਆਪਣਾ ਨਾਮ ਬਦਲ ਨਹੀਂ ਸਕਦੇ ਕਿਉਂਕਿ ਉਹਦੇ ਬੱਚਾ ਪਹਿਲਾਂ ਦਾ ਹੈ, ਪੁਰਾਣਾ ਹੈ, ਬਹੁਤ ਪੁਰਾਣਾ ਹੈ, ਤੇ ਉਸ ਦਾ ਨਾਂ ਇਸ ਉਮਰੇ ਬਦਲਿਆ ਨਹੀਂ ਜਾ ਸਕਦਾ ਜਦ ਤੱਕ ਕਿ ਅਖਬਾਰ ਚ ਨਾ ਦਓ। ਉਹ ਹੈਗਾ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਉਹਦੇ ਵਰਸਤ ਕਰਤਾ ਇੰਡੀਆ। ਹੁਣ ਤੁਸੀਂ ਇਹਦੇ ਅਰਥ ਆਪ ਹੀ ਕੱਢ ਲਓ। ਇੱਕ ਪਾਸੇ ਭਾਰਤ ਤੇ ਭਾਰਤ ਵਾਸੀ ਹੈ, ਤੇ ਇੱਕ ਪਾਸੇ ਭਾਜਪਾ ਨੂੰ ਭਜਾਉਣ ਦਾ ਏਜੰਡਾ ਉਹਨਾਂ ਨੇ ਵਰਸਤ ਕਰਤਾ। ਭਾਜਪਾ ਵਰਸਸ ਭਾਰਤ ਕਹਿ ਲਓ ਜਾਂ ਐਨਡੀਏ ਵਰਸਸ ਇੰਡੀਆ ਕਹਿ ਲਓ। ਇਹ ਸੋਚਿਆ ਤੇ ਕਿਸੇ ਚੰਗੇ ਤਗੜੇ ਪੰਡਤ ਨੇ ਜਾਂ ਰਾਜਨੀਤਿਕ ਪੰਡਤ ਨੇ, ਪਰ ਬਣਾ ਲਿਆ। ਉਹ ਇਹੋ ਜਿਹਾ ਉੱਥੇ ਬਖੇੜਾ ਐਨਡੀਏ ਦੇ ਵਿੱਚ ਪਿਆ ਲੱਗਦਾ ਇਸ ਗੱਲ ਦਾ, ਇੰਨੀ ਚਿੰਤਾ ਹੋਈ ਹੈ ਕਿ ਪੁੱਛੋ ਨਾ। ਉਹਦੀਆਂ ਗੱਲਾਂ ਅਸੀਂ ਬਾਅਦ ਵਿੱਚ ਆਉਂਦੇ ਹਾਂ, ਉਹਦੀ ਗੱਲਾਂ ਤੇ ਪਹਿਲਾਂ ਕਿ ਹੋਰ ਗੱਲ ਕੀ ਹੋਈ। ਉਹਨਾਂ ਨੇ ਕਿਹਾ ਕਿ ਅਸੀਂ ਜੀ 11 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣਾਵਾਂਗੇ ਤੇ ਅਗਲੀ ਮੀਟਿੰਗ ਅਸੀਂ ਮੁੰਬਈ ਦੇ ਵਿੱਚ ਕਰਾਂਗੇ, ਛੇਤੀ ਕਰਾਂਗੇ। ਸੀਟ ਜਿਹੜੀ ਸ਼ੇਅਰਿੰਗ ਆ, ਕਿਹਨੂੰ ਕਿੰਨੀ ਸੀਟ ਮਿਲੇ, ਉਹ ਅਜੇ ਕੋਈ ਬਹੁਤੀ ਗੱਲਬਾਤ ਛੇੜੀ ਨਹੀਂ ਕਿਉਂਕਿ ਉਹ ਬਖੇੜੇ ਵਾਲੀ ਗੱਲ ਆ। ਅਜੇ ਤੇ ਜਮਾਵੜੇ ਨੂੰ ਥੋੜਾ ਸੀਮੈਂਟ ਲਾ ਰਿਹਾ ਕਿ ਇੱਕ ਪਲੇਟਫਾਰਮ ਬਣ ਜਾਏ। ਹੁਣ ਇਹ ਕੁਝ ਦਿਨ ਸੁਣਾ ਇਸ ਗੱਲ ਦਾ ਵੱਜੂ, ਮੀਡੀਆ 'ਚ ਚੱਲੂ। ਅੱਜ ਮੀਡੀਆ ਨੇ ਧੜਾ ਧੜ ਇਹ ਸ਼ੁਰੂ ਕੀਤਾ ਹੋਇਆ ਸੀ। ਤੁਸੀਂ ਉਸੇ ਵੇਲੇ ਹੀ ਕਈਆਂ ਨੇ ਤੇ ਇਹ ਕਹਿਤਾ ਕਿ ਸਾਨੂੰ ਪਹਿਲਾਂ ਪਤਾ ਲੱਗ ਗਿਆ ਸੀ। ਅਸੀਂ ਤੇ ਕੁਝ ਮੀਡੀਆ ਇਹ ਕਹਿ ਰਿਹਾ ਸੀ ਅਸੀਂ ਤੇ ਇਕੱਲੇ ਹੀ ਕਹਿਤਾ ਸੀਗਾ ਕਿ ਇੰਡੀਆ ਨਾ ਹੋਣਾ। ਦੇਖ ਲਓ ਉਹ ਹੀ ਨਿਕਲਿਆ। ਅਸੀਂ ਅੰਤਰਜਾਮੀ ਆ, ਯਾਨੀ ਇਹ ਨਹੀਂ ਕਹਿੰਦੇ ਵੀ ਅਸੀਂ ਕਿਤੇ ਲੀਕ ਕਰਕੇ ਤੇ ਮਾੜਾ ਕੰਮ ਕੀਤਾ, ਕਿਸੇ ਦੇ ਏਜੰਡੇ ਨੂੰ ਅਸੀਂ ਪਹਿਲਾਂ ਦੱਸਿਆ। ਤੇ ਚੰਗੀ ਗੱਲ ਤੇ ਨਹੀਂ ਹੈਗੀ ਹੈ ਜਦ ਤੱਕ ਕੋਈ ਜਨਤਾ ਉਹਨੂੰ ਪਾਸ ਨਹੀਂ ਕਰਦੀ। ਪਰ ਉਹ ਆਪਣਾ ਮਾਣ ਕਹਿ ਰਹੇ ਸੀ ਵੀ ਸਾਡੇ ਵਰਗਾ ਕੋਈ ਚੈਨਲ ਹੈ ਨਹੀਂ ਜਿਹੜਾ ਪਹਿਲਾਂ ਹੀ ਖਬਰ ਕੱਢ ਕੇ ਲਿਆ ਹੁੰਦਾ। ਖੈਰ ਚਲੋ, ਇਹ ਤੇ ਆਪੋ ਆਪਣੀ ਚੈਨਲਾਂ ਦੀ ਇੱਕ ਆਪਣਾ ਸੈਲਫ ਪ੍ਰੇਜ ਦਾ ਇੱਕ ਤਰੀਕਾ ਹੈਗਾ, ਪਰ ਉਹ ਮੈਨੂੰ ਕੋਈ ਬਹੁਤਾ ਚੰਗਾ ਤੇ ਨਹੀਂ ਇਹ ਗੱਲ ਲੱਗੀ। ਜਦ ਉਹ ਆਪਣੇ ਤੌਰ ਤੇ ਅਨਾਉਂਸ ਕਰਨ, ਉਦੋਂ ਤੋਂ ਤੁਸੀਂ ਆਪਣਾ ਕੰਮ ਸ਼ੁਰੂ ਕਰੋ। ਹੁਣ ਇਹ ਗੱਲਾਂ ਤੇ ਹੋ ਗਈਆਂ ਕਿ ਬਾਕੀ ਕੀ ਹੋਰ ਹੋਇਆ ਉੱਥੇ। ਜਿਹੜਾ ਕਿਹਾ ਕਵਾਇਆ ਉਹ ਤੇ ਉਹੀ ਪੁਰਾਣੀਆਂ ਹੀ ਗੱਲਾਂ ਆ ਕਿ ਕੇਜਰੀਵਾਲ ਸਾਹਿਬ ਬੋਲੇ ਉੱਥੇ। ਉਹਨਾਂ ਨੇ ਕਿਹਾ ਕਿ ਦੇਖੋ ਜੀ, ਇਹਨਾਂ ਨੇ ਤੇ ਦੇਸ਼ ਵੇਚਤਾ, ਲੂਟ ਲਿਆ, ਮਾਰ ਲਿਆ, ਪ੍ਰਾਈਵੇਟਾਈਜੇਸ਼ਨ, ਬੇਰੁਜ਼ਗਾਰੀ, ਜੋ ਵੀ ਸਾਰਾ ਉਹ ਪੁਰਾਣਾ ਸਾਰਾ ਫਾਰਮੂਲਾ ਉਹ ਇਹਨਾਂ ਤੇ ਐਨਡੀਏ ਤੇ ਖਾਸ ਕਰਕੇ ਬੀਜੇਪੀ ਤੇ ਝਾੜਿਆ ਤੇ ਇਹ ਤੇ ਕਿਸੇ ਤੇ ਕੰਮ ਕਰਨ ਨਹੀਂ ਦਿੰਦੇ। ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ। ਰਾਹੁਲ ਗਾਂਧੀ ਨੇ ਵੀ ਕਿਸ ਤਰੀਕੇ ਨਾਲ, ਉਹ ਪੁਰਾਣੀਆਂ ਗੱਲਾਂ ਸਾਰੀਆਂ। ਮੋਟੇ ਤੌਰ ਤੇ ਉਸ ਮੀਟਿੰਗ ਚੋਂ ਜਿਹੜੀ ਰਾਜਨੀਤਿਕ ਸੁਨੇਹਾ ਨਿਕਲਿਆ ਉਹ ਇਹੀ ਹੈ ਕਿ ਜਿਹੜਾ ਇਹ ਜਮਾਵੜਾ ਪਹਿਲਾਂ ਨਾਲੋਂ ਵੱਡਾ ਹੋਇਆ ਆ ਔਰ ਉਹ ਅੱਗੇ ਨਾਲੋਂ ਤਕੜੇ ਮਹਿਸੂਸ ਕਰ ਰਹੇ ਆ ਔਰ ਉਹਨਾਂ ਦੇ ਵਿੱਚ ਵਿਸ਼ਵਾਸ ਹੈ। ਤੁਹਾਨੂੰ ਐਨਸੀਪੀ ਤੇ ਉਧਵ ਠਾਕਰੇ, ਉਹ ਵੀ ਉਧਵ ਠਾਕਰੇ ਬੋਲੇ, ਐਨਸੀਪੀ ਵਾਲੇ ਵੀ ਆਏ ਹੋਏ ਸੀ। ਮੈਂ ਮਤਲਬ ਸਟਾਲਿਨ ਹੁਣੀ, ਉਹ ਸਾਰੇ ਮੈਂ ਸ਼ਾਇਦ ਕਹਿਣਾ ਕਿਤੇ ਭੁੱਲ ਨਾ ਗਿਆ ਹਾਂ, ਸਾਊਥ ਵਿੱਚੋਂ ਵੀ। ਬਾਕੀ ਲੈਫਟ ਸੀਗੇ, ਸੀਤਾਰਾਮ ਜੈਚਰੀ ਸੀ, ਡੀ ਰਾਜਾ ਸੀ, ਇਹ ਸਾਰੇ ਉੱਥੇ ਵੱਡੇ 26 ਲੋਕ ਮਤਲਬ ਬਹੁਤ ਹੁੰਦੇ। ਤੁਹਾਨੂੰ ਪਤਾ ਕਈਆਂ ਦੇ ਮੈਨੂੰ ਅਜੇ ਬਹੁਤੇ ਭੇਦ ਨਹੀਂ, ਹੌਲੀ ਹੌਲੀ ਹੋਰ ਭੇਦ ਲੱਗ ਜੂਗਾ। ਦੂਜੇ ਪਾਸੇ ਇਹ ਤੇ ਚਲੋ ਚੱਲ ਰਹੇ ਆ ਸਟੈਪ ਬਾਈ ਸਟੈਪ। ਇੱਕ ਜਿਹੜਾ ਉੱਥੇ ਮੀਡੀਆ ਵਿੱਚੋਂ ਸਵਾਲ ਸੀ ਵੀ ਤੁਹਾਡਾ ਚਿਹਰਾ ਕਿਹੜਾ ਹੋਊਗਾ, ਉਹ ਕਹਿੰਦੇ ਵੀ ਚਿਹਰਾ ਵੀ ਦੇ ਦਾਂਗੇ, ਬਿਨਾਂ ਚਿਹਰੇ ਤੋਂ ਤਾਂ ਨਹੀਂ ਹੈਗਾ। ਪਰ ਜੇ ਚਿਹਰਾ ਨਹੀਂ ਵੀ ਹੋਊਗਾ, 11 ਮੈਂਬਰੀ ਕਮੇਟੀ ਤੇ ਅਸੀਂ ਫੈਸਲਾ ਕਰੇ ਲਿਆ, ਜਿਹੜੀ ਸਟੀਅਰਿੰਗ ਕਮੇਟੀ ਹੋਊ ਉਹ ਚਲਾਊਗੀ ਇਹਨੂੰ। ਜੇ ਅਸੀਂ ਚਿਹਰਾ ਅੱਗੇ ਨਹੀਂ ਲਾਉਂਦੇ ਤੇ ਫਿਰ ਕਿਹੜਾ ਚਿਹਰਾ ਮਿਲਦਾ ਨਹੀਂ ਹੈ। ਇਹ ਜਿਹੜੀ ਕਾਂਗਰਸ ਨੇ ਚੋਣ ਲੜੀ ਸੀਗੀ, ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਬਣੇ ਉਦੋਂ ਚਿਹਰੇ ਨਾਲ ਥੋੜੀ ਕੋਈ ਚੋਣ ਲੜੀ ਸੀ। ਕਾਂਗਰਸ ਲੜੀ, ਚਿਹਰਾ ਬਣ ਗਿਆ, ਵਿੱਚੋਂ ਮਿਲ ਗਿਆ, ਯੂਪੀਏ ਮਿਲ ਗਿਆ। ਉਦੋਂ ਲੈਫਟਾਂ ਨੇ ਵੀ ਪਹਿਲੀ ਟਰਮ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਨੂੰ ਸਪੋਰਟ ਕੀਤੀ ਸੀ ਤੇ ਇੰਜ ਬਣ ਜਾਂਦੇ ਆ। ਪਰ ਫਿਰ ਵੀ ਸ਼ਾਇਦ ਇਹਨਾਂ ਵੱਲੋਂ ਇਹੋ ਹੀ ਭਰੋਸਾ ਹੈ ਕਿ ਆਉਣ ਵਾਲੀ ਜਾਂ ਬੰਬੇ ਵਾਲੀ ਮੀਟਿੰਗ ਜਾਂ ਉਦੋਂ ਬਾਅਦ ਅਸੀਂ ਕੁਝ ਜ਼ਰੂਰ ਕਰਾਂਗੇ। ਏਜੰਡੇ ਦਾ ਜਿੱਥੋਂ ਤੱਕ ਸਵਾਲ ਹੈ ਕਿ ਕਾਮਨ ਮਿਨੀਮਮ ਪ੍ਰੋਗਰਾਮ ਕੀ ਆ, ਉਹਦੇ ਲਈ ਵੀ ਇਹ ਕਮੇਟੀਆਂ ਬਣਾ ਰਹੇ ਆ ਜਾਂ ਬਣਾ ਲੀਆਂ ਹੋਣਗੀਆਂ। ਉਹਦੇ ਵਿੱਚ ਮੁੱਖ ਏਜੰਡਾ ਤੇ ਇਹੀ ਹੈ ਕਿ ਜਿਹੜੇ ਇਸ ਵੇਲੇ ਦੇਸ਼ ਦੇ ਵਿੱਚ ਜਿਸ ਕਿਸਮ ਦਾ ਖਤਰਾ ਡਿਕਟੇਟਰਸ਼ਿਪ ਦਾ ਮੰਡਲਾ ਰਿਹਾ ਆ, ਜਿਸ ਕਿਸਮ ਦਾ ਖਤਰਾ ਧਾਰਮਿਕ ਨਫ਼ਰਤ ਦਾ ਚਰਮ ਸੀਮਾ ਤੇ ਪਹੁੰਚਿਆ ਹੋਇਆ ਹੈ, ਇਸ ਸਾਰੇ ਤੋਂ ਬਚਾ ਕੇ ਅਸੀਂ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ, ਡੈਮੋਕ੍ਰੇਸੀ, ਲੋਕ ਆਵਾਜ਼ ਦੀ ਰਾਖੀ ਕਿਵੇਂ ਕਰਨੀ ਆ। ਤੇ ਜਿੱਥੇ ਇਸ ਨੇ ਵੀ ਕਿਹਾ, ਮਮਤਾ ਬੈਨਰਜੀ ਨੇ ਵੀ, ਕਿ ਜਿਵੇਂ ਈਡੀ ਦਾ, ਸੀਬੀਆਈ ਦਾ, ਆਈਬੀ ਦਾ ਏਡੇ ਵੱਡੇ ਪੱਧਰ ਤੇ ਜਿਹੜੀ ਦੁਰਵਰਤੋਂ ਹੋ ਰਹੀ ਹੈ, ਉਸ ਤੋਂ ਕਿਵੇਂ ਅਸੀਂ ਦੇਸ਼ ਨੂੰ ਬਚਾਉਣਾ। ਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਹ ਪਾਰਟੀਆਂ ਇਕੱਠੀਆਂ ਰਹਿਣ ਔਰ ਇਕੱਠੀਆਂ ਰਹਿ ਕੇ ਹੁਣ ਵਾਲੇ ਨਿਜ਼ਾਮ ਦਾ
ਪਲਟਾ ਕਰਨ। ਜੀ ਅਪਬੀਟ ਲੱਗਦੇ ਸੀਗੇ ਸਾਰੇ ਉੱਥੇ। ਹਾਂਜੀ ਜੀ ਮੈਂ ਇੱਥੇ ਸਵਾਲ ਕਰਨ ਲੱਗਿਆ ਸੀਗਾ ਕਿ ਜਿਸ ਤਰੀਕੇ ਨਾਲ ਵੱਖੋ ਵੱਖਰੇ ਸੂਬਿਆਂ ਦੇ ਤੋਂ ਵੱਖੋ ਵੱਖਰੀਆਂ ਸੁਰਾਂ ਦੇਖਣ ਨੂੰ ਮਿਲਦੀਆਂ, ਜਿੱਥੇ ਤ੍ਰਿਣਮੂਲ ਕਾਂਗਰਸ ਹੈ ਉੱਥੇ ਦੂਜੀ ਕਾਂਗਰਸ ਪਾਰਟੀ ਵਿਰੋਧ ਕਰਦੀ ਹੈ, ਜਾਂ ਰਾਜਸਥਾਨ ਚ ਕੀ ਹੈ, ਜਾਂ ਹੋਰ ਸੂਬਿਆਂ ਦੇ ਵਿੱਚ ਕਿੱਦਾਂ ਦੀ ਸਥਿਤੀ ਹੈ, ਤਾਂ ਇਹ ਫਿਰ ਬਾਕੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਕਿਵੇਂ ਚੱਲੇਗਾ? ਪੰਜਾਬ ਦੇ ਵਿੱਚ ਤੁਸੀਂ ਦੇਖੋ ਇਹ ਦੇਖੋ ਮੈਂ ਇਸ ਗੱਲ ਤੇ ਕਹਿਣਾ ਕਿ ਭਾਰਤੀ ਰਾਜਨੀਤੀ ਦਾ ਐਵੋਲੂਸ਼ਨ ਹੋ ਰਿਹਾ। ਇਹ ਬਹੁਤ ਤੁਹਾਡਾ ਵਧੀਆ ਸਵਾਲ ਹੈ ਤੇ ਇਹਦਾ ਜਵਾਬ ਵੀ ਮੈਂ ਕੋਈ ਇੰਨਾ ਫੁਸਕਾ ਜਿਹਾ ਨਹੀਂ ਦੇ ਰਿਹਾ, ਕਿਉਂਕਿ ਬਹੁਤੇ ਤੇ ਮੀਡੀਆ ਕੋਈ ਜਨਤਾ ਦਾ ਸਪੋਰਟਿਵ ਨਹੀਂ ਹੈ। ਉਹ ਜਾਂ ਤੇ ਧੜੇ ਬੰਦਕ ਗੱਲਾਂ ਕਰਦੇ ਆ, ਜਾਂ ਗੋਦੀ ਮੀਡੀਆ ਆ, ਜਾਂ ਆਪਣੇ ਤੌਰ ਤੇ ਜੋ ਉਹਨਾਂ ਦੀ ਮੈਨੇਜਮੈਂਟ ਕਹਿੰਦੀ ਆ। ਉਸ ਜਿਹੜਾ ਹੁੰਦਾ ਨਾ ਸਟੇਟਸਮੈਨਸ਼ਿਪ, ਉਹ ਮੀਡੀਆ 'ਚ ਬਹੁਤ ਜ਼ਿਆਦਾ ਜਾਣੀ ਤੁਹਾਨੂੰ ਖਤਮ ਹੁੰਦੀ ਨਜ਼ਰ ਆਉਂਦੀ ਹੈ। ਹੁਣ ਮੇਰੀ ਆਬਜ਼ਰਵੇਸ਼ਨ ਇਹ ਹੈ ਕਿ ਇਹ ਗੱਲ ਆਪਾਂ ਮੰਨ ਕੇ ਵੀ ਚੱਲੀਏ ਕਿ ਇਹ ਬੰਦੇ ਜਿਹੜੇ 26 ਪਾਰਟੀਆਂ ਇਸ ਕਰਕੇ ਭਾਵੇਂ ਇਕੱਠੀਆਂ ਹੋਈਆਂ ਹੋਣ ਕਿ ਮੋਦੀ ਵਿਰੋਧੀ ਪਾਰਟੀਆਂ ਨੂੰ, ਉਹਨਾਂ ਦੀ ਆਵਾਜ਼ ਨੂੰ ਕੁਚਲਣਾ ਚਾਹੁੰਦਾ। ਔਰ ਇਹ ਜਿਹੜੀ ਹੁਣ ਵਾਲੀ ਸਰਕਾਰ ਆ, ਜਿੱਥੇ ਮੜ ਜੀ ਕੋਈ ਚੂੰ ਕਰਦੀ, ਭਾਵੇਂ ਮੀਡੀਆ ਚੂੰ ਕਰਦਾ ਤੇ ਭਾਵੇਂ ਪੋਲੀਟੀਕਲ ਪਾਰਟੀਆਂ ਕਰਦੀਆਂ, ਭਾਵੇਂ NGO ਕਰਦੀਆਂ, ਭਾਵੇਂ ਜਰਨਲਿਸਟ ਕਰਦੇ ਆ, ਠੋਕੀ ਤੁਰੇ ਜਾਂਦੇ। ਤੁਸੀਂ ਪਿਛਲੇ ਵਾਰ ਦੇਖਿਆ ਨਹੀਂ ਆ ਕੱਪਮ ਤੇ ਕਿਹਨੂੰ ਕਿਸ ਤਰ੍ਹਾਂ ਇਹਨਾਂ ਨੇ ਚੱਕ ਕੇ ਅੰਦਰ ਦਿੱਤਾ, ਸਾਲ ਡੇਢ ਸਾਲ ਨਵਲਖਾ ਹੋਰ ਸਾਰੇ ਕਿੰਨਾ ਇੱਕ ਆਤੰਕ ਦੇਸ਼ ਦੇ ਅੰਦਰ ਹੋ ਗਿਆ। ਤੇ ਇੱਕ ਜਿਹੜੀ ਫ੍ਰੀ ਵਾਇਸ ਹੁੰਦੀ ਹੈ ਕਿ ਹਾਂ ਅਸੀਂ ਆਪਣੇ ਦੇਸ਼ ਦੇ ਵਿੱਚ ਹਾਂ, ਅਸੀਂ ਇੱਕ ਆਜ਼ਾਦ ਦੇਸ਼ ਦੇ ਆਜ਼ਾਦ ਸ਼ਹਿਰੀ ਹੈਗੇ, ਤੇ ਜਿੱਥੇ ਸਾਨੂੰ ਸਰਕਾਰਾਂ ਜਾਂ ਕੋਈ ਵੀ ਸਿਸਟਮ ਦੇ ਵਿੱਚ ਨੁਕਸ ਲੱਗੂਗਾ, ਗਲਤ ਲੱਗੂਗਾ, ਅਸੀਂ ਉਹਦੇ ਵਿਰੁੱਧ ਖੜੇ ਹੋਵਾਂਗੇ, ਪ੍ਰੋਟੈਸਟ ਵੀ ਕਰਾਂਗੇ, ਬੋਲਾਂਗੇ ਵੀ। ਇਹ ਗੱਲਾਂ ਬੰਦ ਹੋ ਗਈਆਂ ਸੀ। ਲੋਕ ਸੋਚਣ ਲੱਗੇ ਸੀ, ਲਿਖਾਰੀ ਸੋਚਣ ਲੱਗੇ ਸੀ ਵੀ ਆਹ ਲਿਖਾਂ ਜਾਂ ਨਾ ਲਿਖਾਂ, ਮੈਨੂੰ ਚੱਕ ਕੇ ਅੰਦਰ ਤੇ ਨਹੀਂ ਦੇ ਦੇਣਗੇ। ਇਹ ਜਿਹੜਾ ਭੈ ਦਾ ਤੇ ਨਫ਼ਰਤ ਦੀ ਰਾਜਨੀਤੀ ਹੈ, ਉਹਦੇ ਤੋਂ ਛੁਟਕਾਰਾ ਪਾਉਣ ਲਈ ਇਹ ਸਾਰਾ ਜਮਾਵੜੇ ਦੀ ਇੱਕ ਵੱਡਾ ਅਹਿਦ ਆ। ਇਸੇ ਕਰਕੇ ਵੀ ਇਹ ਲੋਕ ਇਕੱਠੇ ਹੋਏ। ਇੱਕ ਡਰ ਵੀ ਹੈਗਾ ਈਡੀ ਦਾ ਕਿ ਸਾਨੂੰ ਕੋਈ ਕੰਮ ਕਰਨੇ ਨਹੀਂ ਦਿੰਦੇ। ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਉਹਦੀ ਮੰਜੀ ਫੜ ਕੇ ਈਡੀ ਪਿੱਛੇ ਪਾ ਕੇ ਠੋਕ ਦਿੰਦੇ ਆ। ਹੁਣ ਤੁਹਾਡਾ ਸਵਾਲ ਅਗਲਾ ਕਿ ਫੇਰ ਇਕੱਠੇ ਤੇ ਹੋ ਗਏ, ਫਿਰ ਇਹ ਇਕੱਠੇ ਚੱਲੂ ਕਿਵੇਂ? ਉਹ ਕਹਿੰਦੇ ਹੁੰਦੇ ਜੋੜੀਆਂ ਜਗ ਥੋੜੀਆਂ ਨਰੜ ਬਥੇਰੇ। ਵੀ ਇਹ ਤੇ ਜੋੜੀਆਂ ਬਣੀਆਂ ਨਹੀਂ ਲੱਗਦੀਆਂ, ਇਹ ਤੇ ਨਰੜ ਜਿਹਾ ਲੱਗਦਾ ਸੀ। ਜਾਣੀ ਐਵੇਂ ਜ਼ਬਰਦਸਤੀ ਇਕੱਠ ਕਰਤਾ ਵੀ ਹੋ ਜੋ ਵੀ ਇਹ ਚੱਲੂ ਕਿਵੇਂ? ਇਹ ਤੁਹਾਡਾ ਸਵਾਲ ਹੈਗਾ, ਇਹ ਬਹੁਤ ਅਹਿਮ ਸਵਾਲ ਹੈ। ਮੈਨੂੰ ਲੱਗਦਾ ਇਹ ਪਾਰਟੀਆਂ ਸਮਝ ਗਈਆਂ। ਔਰ ਇਹ ਚਰਚਾ ਹੋ ਰਹੀ ਸੀਗੀ ਕਿ ਜੇ 400 ਸੀਟਾਂ ਤੇ ਵੀ, ਬਾਕੀ 150 ਸੀਟ ਕਰੀਬ ਛੱਡ ਲਓ ਤੁਸੀਂ, 145 43 ਜਿੰਨੀਆਂ ਵੀ ਹੈਗੀਆਂ, ਜੇ 400 ਸੀਟ ਤੇ ਵੀ ਆਮਣੇ ਸਾਹਮਣੇ ਟੱਕਰ ਹੋ ਜਾਏ, ਜੇ ਕਿ ਹੁਣ ਦੋ ਧੜੇ ਤੇ ਹੋ ਹੀ ਗਏ ਨਾ, ਲੜਾਈ ਤੇ ਮਹਾਭਾਰਤ ਵਾਂਗੂ ਦੋ ਧੜਿਆਂ 'ਚ ਸ਼ੁਰੂ ਹੋ ਗਈ ਹੈ, ਅੱਜ ਫਾਊਂਡੇਸ਼ਨ ਹੋ ਗਈ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਇਹ ਹੁਣ ਇਸੇ ਤਰ੍ਹਾਂ ਚੱਲੂਗੀ। ਤੁਸੀਂ ਇੰਜ ਸਮਝੋ ਕਿ 2024 ਦਾ ਅੱਜ ਬਿਗਲ ਵੱਜ ਚੁੱਕਾ, ਤੇ ਜਿਹੋ ਜਿਹੀਆਂ ਸੁਰਾਂ ਨਿਕਲੀਆਂ ਅੱਜ, ਉਹਦਾ ਅਸੀਂ ਮੁਲਾਂਕਣ ਕਰ ਰਹੇ ਹਾਂ, ਤੇ ਉਹਦਾ ਅੱਗੇ ਆਉਣ ਵਾਲੇ 6 ਮਹੀਨੇ 8 ਮਹੀਨਿਆਂ 'ਚ ਤੁਹਾਨੂੰ ਅਸਰ ਮਿਲੂਗਾ। ਇਹ ਗੱਲ ਬੜੀਆਂ ਇੰਪੋਰਟੈਂਟ ਹੈ। ਅੱਜ ਵਾਲਾ ਜਿਹੜਾ ਅੱਜ ਦਾ ਦਿਹਾੜਾ ਆ 28 ਜਿਹੜਾ ਜੁਲਾਈ, ਇਹ ਬਹੁਤ ਅਹਿਮ ਹੈ ਅੱਜ 18 ਜੁਲਾਈ ਇੰਡੀਅਨ ਪੋਲਿਟਿਕਸ ਲਈ, 2024 ਲਈ। ਇਸ ਕਰਕੇ ਮੈਂ ਬੜਾ ਠਰਮੇ ਨਾਲ ਗੱਲ ਕਰ ਰਿਹਾ। ਅਗਲੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਉਹ ਦੇਖੋ ਪਤਾ ਆ ਕਿ ਪੱਛਮੀ ਬੰਗਾਲ 'ਚ ਪੇਚਾ ਪਊਗਾ, ਕਾਂਗਰਸ ਤੇ ਲੈਫਟ ਇੱਕ ਪਾਸੇ, ਬੀਜੇਪੀ ਨਾਲ ਤੇ ਪੈਂਦਾ ਉਹਨਾਂ ਦਾ ਬਹੁਤ ਜ਼ਿਆਦਾ ਹੁਣੇ ਬੰਦੇ ਮਾਰ ਕੇ ਹਟਿਆ। ਇਹ ਇਸ ਗੱਲ ਦਾ ਉਛਾਲਾ ਇਹ ਕਰ ਵੀ ਰਹੇ ਬੀਜੇਪੀ ਵੀ ਤੁਸੀਂ ਤੇ ਹੁਣੇ ਦੇ TMC ਉਹਨਾਂ ਦੇ ਬੰਦੇ ਮਾਰ ਕੇ ਹਟਿਆ, ਹੁਣੇ ਤੁਸੀਂ ਇੱਕੋ ਸਟੇਜ ਤੇ ਬਹਿ ਗਏ ਵੀ ਇਹ ਕੀ ਗੱਲ ਆ। ਇਸੇ ਤਰੀਕੇ ਨਾਲ ਬਾਕੀ ਸੂਬਿਆਂ 'ਚ, ਕੇਰਲਾ 'ਚ ਰੌਲਾ ਪਊਗਾ, ਤਾਮਿਲਨਾਡੂ 'ਚ ਵੀ ਹੋਊਗਾ, ਪੰਜਾਬ 'ਚ ਸਿੱਧਾ ਪਊਗਾ। ਕਾਂਗਰਸ ਦੇ ਇੱਥੇ ਦੋ ਮੁੱਖ ਵਿਰੋਧੀ ਪਾਰਟੀਆਂ ਹੈਗੀਆਂ ਆਪ, ਤੇ ਇਹਨਾਂ ਦਾ ਫਿਰ ਇਹ ਕਿਵੇਂ ਕਰਨਗੇ? ਦਿੱਲੀ 'ਚ ਵੀ ਕਾਂਗਰਸ ਤੇ ਆਪ ਵਿਰੋਧੀ ਹੈ, ਉੱਥੇ ਵਿੱਚ ਬੀਜੇਪੀ ਤੀਸਰੀ ਹੋਊਗੀ, ਤੇ ਫਿਰ ਉਹ ਆਪਸ ਵਿੱਚ ਕਿਵੇਂ ਸੋਲਵ ਕਰਨਗੇ? ਮੈਨੂੰ ਲੱਗਦਾ ਕਿ ਇੰਨੀ ਕੁ ਤੇ ਅਕਲ ਮੋਦੀ ਸਾਹਿਬ ਨੇ ਇਹਨਾਂ ਸਾਰਿਆਂ ਦੀ ਟਿਕਾਣੇ ਲੈ ਆਉਂਦੀ, ਡੰਡਾ ਮਾਰ ਕੇ ਨਾ ਇਹਨਾਂ ਦੀ ਅਕਲ ਟਿਕਾਣੇ ਲੈ ਆਉਂਦੀ। ਇਹ ਜਿਹੜੇ ਵੀ ਤੁਸੀਂ ਜਾਂ ਤੇ ਸੁਧਰ ਜਾਓ, ਨਹੀਂ ਤੇ ਮੈਂ ਤੁਹਾਨੂੰ ਛੱਡੂਗਾ ਨਹੀਂ। ਇਹਨਾਂ ਨੇ ਸੋਚਿਆ ਕਿ ਸੁਧਰ ਹੀ ਜਾਓ ਯਾਰ, ਨਹੀਂ ਤੇ ਮਰਾਂਗੇ। ਇਹ ਫੈਸਲਾ ਇਹਨਾਂ ਨੇ ਇਸ ਮਜਬੂਰੀ 'ਚੋਂ ਕੀਤਾ। ਹੁਣ ਇਹ ਕੀ ਕਰਨਗੇ ਕਿ ਜਿੰਨੀਆਂ ਵੀ ਸੀਟਾਂ ਤੇ ਆਮਣੇ ਸਾਹਮਣੇ ਦਾ ਹੋ ਗਿਆ ਉਹ ਕਰ ਲੈਣਗੇ।
ਇਹਦੇ 'ਚ ਬਹੁਤਾ ਹਿੱਸਾ ਉਹ ਜਿਸ ਤਰ੍ਹਾਂ ਪਹਿਲਾਂ ਸਟੇਟਾਂ ਦੇ ਤੇ ਸੀਗਾ, ਸਟੇਟਾਂ ਨੂੰ ਛੱਡ ਦੇਣਗੇ ਤੇ ਇਹ ਗਿਣਤੀਆਂ-ਮਿਣਤੀਆਂ ਬੜੀਆਂ ਮਲਟੀ ਲੇਅਰਡ ਹੋਣਗੀਆਂ। ਇਸ ਤਰ੍ਹਾਂ ਸਿੱਧਾ-ਸਿੱਧਾ ਇਸਕਾ ਕੁਛ ਨਹੀਂ ਹੋਣਾ। ਅਖੀਰਲੇ ਦਿਨ ਤੱਕ ਜੋੜ-ਤੋੜ, ਜਮਾ-ਘਟਾ ਹੁੰਦਾ ਰਹੂਗਾ। ਇਹ ਇਸ ਕਿਸਮ ਦੀ ਹੈ। ਤਾਂਹੀਓ ਮੈਂ ਕਹਿੰਦਾ ਨਾ ਕਿ ਜਿਹੜੀ ਰਾਜਨੀਤੀ ਹੈ, ਜਿਸ ਤਰ੍ਹਾਂ ਪਹਿਲਾਂ ਸੀਗਾ, ਇੱਕ ਵੱਡੀ ਪਾਰਟੀ ਆ ਗਈ, ਉਹਨੇ ਬਾਕੀ ਛੋਟੀਆਂ ਔਰ ਨਾਲਿਆਂ ਲੈ ਵੀ ਤੂੰ 2 ਰੋਟੀਆਂ ਤੂੰ ਲੈ ਲਾ, ਚੱਲ 1.5 ਤੂੰ ਲੈ ਲਾ, ਖੰਨੀ ਤੂੰ ਲੈ ਲਾ, ਬਾਕੀ ਜਿਹੜਾ ਸਾਰਾ ਲੰਗਰ ਮੇਰਾ। ਕਿਉਂਕਿ ਮੈਂ ਮੇਰਾ ਹੀ ਪਲੇਟਫਾਰਮ ਹੈ, ਮੇਰੇ ਹੀ ਘਰ ਆ ਕੇ ਤੁਸੀਂ ਲੰਗਰ ਖਾ ਰਹੇ ਆ, ਤੁਹਾਨੂੰ ਮਾੜਾ ਮੋਟਾ ਖਵਾ ਕੇ ਬਾਕੀ ਸਾਰਾ ਮੇਰਾ। ਉਹ ਕੰਮ ਹੁਣ ਰਾਜਨੀਤੀ ਦਾ ਚੱਲੂਗਾ ਨਹੀਂ। ਉੱਥੇ ਵੱਡੀ ਤੋਂ ਵੱਡੀ ਪਾਰਟੀ ਵੀ ਥੱਲੇ ਉਤਰੀ ਹੋਈ ਆ ਕੱਚੇ ਇਸ ਵੇਲੇ। ਵੱਡੀ ਤਾਂ ਪਾਰਟੀ ਤੁਸੀਂ ਹੁਣ ਸਮਝ ਲਓ, ਕਾਂਗਰਸ ਨੂੰ ਵੀ ਨਾ ਸਮਝੋ, ਤੇ ਕਾਂਗਰਸ ਦਾ ਜੋ ਹਾਲ ਕਰਕੇ ਦਿਖਾਇਆ ਤੇ ਉਹ ਤੇ ਸਾਡੇ ਸਾਰੇ ਸਾਹਮਣੇ ਹੀ ਆ ਨਾ ਹੁਣ। ਤੇ ਬੜਾ ਕਾਫੀਆ ਤੰਗ ਹੋਇਆ ਸੋਨੀਆ ਗਾਂਧੀ ਦਾ ਵੀ, ਰਾਹੁਲ ਦਾ, ਕਿਹਨੂੰ ਹੈ ਵਡੇਰਾ ਜਿਹੜਾ ਉਹ ਕੀ ਆ, ਸਾਰਿਆਂ ਨੂੰ ਫੜਿਆ, ਕਦੀ ਕਿਸੇ ਤੇ ਕੋਈ ਕੇਸ, ਕਦੀ ਕਿਸੇ ਤੇ ਕੋਈ ਕੇਸ, ਕਦੀ ਕੋਈ ਕਿਤੇ ਕੇਸ। ਕੇਜਰੀਵਾਲ ਦਾ ਤੇ ਬਿਲਕੁਲ ਹੀ ਕਾਫੀਆ ਤੰਗ ਕੀਤਾ ਹੋਇਆ। ਭਗਵੰਤ ਮਾਨ ਨੂੰ ਨਹੀਂ ਅਜੇ ਪੰਗੇ ਲੈ ਰਹੇ, ਉਹ ਕਹਿੰਦੇ ਸਾਡਾ ਵੀ ਕਰੋ, ਸਾਨੂੰ ਪਿੱਛੇ ਕਿਉਂ ਰੱਖਿਆ, ਜੇ ਸਾਡੇ ਬੌਸ ਦਾ ਕਰਨਾ ਤੇ ਇੱਥੇ ਰੋਜ਼ ਗਵਰਨਰ ਨਾਲ ਪੰਗੇ ਲੈਂਦੇ ਆ ਵੀ ਸਾਨੂੰ ਵੀ ਉਸੇ ਲਾਈਨ 'ਚ ਖੜੇ ਕਰੋ, ਮਚਾ ਉਰੀ ਹੁੰਦੀ ਹੈ। ਇਸ ਕਿਸਮ ਦਾ ਕਈ ਜਗ੍ਹਾ ਤੇ ਬੜੇ ਪੇਚੇ ਪੈਣਗੇ, ਪਰ ਇਹ ਪੇਚੇ ਹੀ ਇਹਨਾਂ ਨੂੰ ਮਜ਼ਬੂਤ ਵੀ ਕਰਨਗੇ ਔਰ ਇਹਨਾਂ ਨੂੰ ਇੱਕ ਨਵੀਂ ਕਿਸਮ ਦੀ ਰਾਜਨੀਤੀ, ਜਿਹੜੀ ਇੱਕ ਫਾਰਮੂਲੇ ਨਾਲ ਨਹੀਂ, ਜਿੰਨੀ ਵੰਨ-ਸੁਵੰਨਤਾ ਹੈ ਉਹਨੇ ਪੱਧਰ ਦੇ ਉਹਦੇ ਹੱਲ ਜਿਹੜੇ ਲੱਭਣੇ ਪੈਣਗੇ ਸੂਬਿਆਂ ਪੱਧਰ ਤੇ। ਪੰਜਾਬ 'ਚ ਫਾਰ ਇੰਸਟੈਂਸ ਮੈਂ ਹੁਣੇ ਕਹਿ ਦਿੰਦਾ, ਪੰਜਾਬ 'ਚ ਹੋ ਸਕਦਾ ਕਿ ਇਹਨਾਂ ਦਾ ਸਮਝੌਤਾ ਇੱਕ ਤੇ ਵੀ ਨਾ ਹੋਵੇ। ਕਾਰਨ ਆਪ ਇਹ ਕਹੂਗੀ ਕਿ ਮੈਂ ਤੇ 92 ਆ, ਸਾਡੇ ਕੋਲ 42% ਵੋਟਾਂ ਆ ਤੇ ਸਾਨੂੰ ਤਾਂ ਜੇ ਬਹੁਤ ਹੀ ਥੋੜੀਆਂ ਦੇਣੀਆਂ ਤੇ 10 ਦੇ ਦਿਓ। ਕਾਂਗਰਸ ਕੀ ਕਹੂਗੀ ਪੰਜਾਬ ਦੇ ਅੰਦਰ ਕਿ ਦੇਖੋ ਜੀ ਤੁਹਾਨੂੰ 92 ਤੇ ਦੇਤੀਆਂ, ਹੁਣ ਤੇ 12 ਵੀ ਨਹੀਂ, ਤੇ ਤੁਹਾਨੂੰ ਅਸੀਂ 10 ਕਾਹਦੀਆਂ ਪਾਰਲੀਮੈਂਟ ਦੀਆਂ ਪਟਾ ਦਈਏ, ਤੁਸੀਂ ਹੁਣ ਚੋਣਾਂ ਲੜ ਕੇ ਦੇਖੋ ਤੁਹਾਨੂੰ ਕਿੰਨੀਆਂ ਕੁ ਮਿਲਦੀਆਂ। ਪੈ ਗਿਆ ਪੇਚਾ, ਪਰਸੈਪਸ਼ਨ ਦੀ ਗੱਲ ਹੈ ਨਾ। ਉਹ ਕਹਿਣਗੇ ਵੀ ਉਦਣ ਪੈ ਗਈਆਂ, ਅੱਜ ਨਹੀਂ ਹੈ ਤੁਹਾਡੇ ਕੋਲ ਕੀ ਸਬੂਤ ਹੈ ਕਿ ਅੱਜ ਵੀ ਤੁਹਾਡੇ ਨਾਲ ਲੋਕ ਉਹਨੇ ਵੱਡੇ ਪੱਧਰ ਤੇ ਖੜੇ ਆ। ਫਿਰ ਉਹ ਜੇ ਤੇ ਅਕਲਮੰਦ ਹੋਣਗੇ ਤੇ ਸਮਝੌਤਾ ਕਰ ਲੈਣਗੇ। ਜੇ ਸਾਰੀ ਜਾਂਦੀ ਦੇਖੀਏ ਅੱਧੀ ਲਈਏ ਵੰਡ, ਹੈ ਨਾ ਸਿਆਣਪ ਜਿਹੜੀ ਹੈ, ਫਿਰ ਤੇ ਠੀਕ ਰਹਿ ਜਾਊਗਾ। ਜੇ ਆਕੜੇ ਤੇ ਹੋ ਸਕਦਾ ਆਪ ਨੂੰ ਜ਼ਿਆਦਾ ਨੁਕਸਾਨ ਹੋ ਜੇ ਤੇ ਕਾਂਗਰਸ ਫਿਰ ਵੀ ਆਪਣੀ ਗੱਡੀ ਜਿਹੜੀ ਹੈ 4-5 ਸੀਟਾਂ ਕੱਢ ਕੇ ਲੈ ਜਾਏ, 5-6, ਜਾਂ ਫਿਰ ਕੁਝ ਅਕਾਲੀ ਵੀ 1-2 ਲਿਜਾ ਸਕਦੇ ਉਸ ਰੌਲੇ 'ਚ। ਇਸ ਕਿਸਮ ਦਾ ਵੀ ਕੁਝ ਹੋ ਸਕਦਾ। ਅੰਦਰ ਖਾਤੇ ਕਾਂਗਰਸ ਤੇ ਅਕਾਲੀ ਵੀ ਸਮਝੌਤਾ ਕਰ ਸਕਦੇ, ਜੇ ਇਹਨਾਂ ਨਾਲ ਨਾ ਹੋਇਆ ਤੇ ਵੀ ਇੰਨੀਆਂ ਤੇ ਸਾਨੂੰ ਜਾਣ ਦਿਓ, ਇਹਨਾਂ ਦੀ ਫੱਟੀ ਪੋਜ ਦਿਓ। ਇਸ ਲਈ ਇਹ ਕਈ ਕਿਸਮ ਦੇ ਉਲਝੇਵੇਂ ਤੇ ਕਈ ਕਿਸਮ ਦੀ ਜਿਹੜੀ ਖਿੱਚੋਤਾਣ ਨੈਗੋਸੀਏਸ਼ਨ ਇਹ ਅਖੀਰ ਤੱਕ ਰਹੂਗੀ ਸੂਬਿਆਂ ਪੱਧਰ ਤੇ, ਕਿਉਂਕਿ ਇਕਸਾਰਤਾ ਨਹੀਂ ਹੈ, ਨਾ ਕੋਈ ਇੱਕ ਕੱਲੀ ਸਿੰਗਲ ਪੱਧਰੇ ਕਿਸਮ ਦੀ ਵਿਚਾਰਧਾਰਾ। ਕਾਮਨ ਮਿਨੀਮਮ ਪ੍ਰੋਗਰਾਮ ਹੋਊਗਾ, ਸੰਵਿਧਾਨ ਬਚਾਉਣਾ ਆ, ਨਫ਼ਰਤ ਨਹੀਂ ਫੈਲਾਉਣੀ, ਘੱਟ ਗਿਣਤੀਆਂ ਦਾ, SC ਦਾ, ST ਦਾ ਅਸੀਂ ਸੇਵਾ ਕਰਨੀ ਆ, ਇਸ ਕਿਸਮ ਦਾ 10-15-20 ਪੁਆਇੰਟ ਦਾ ਕਾਮਨ ਮਿਨੀਮਮ ਪ੍ਰੋਗਰਾਮ ਇੱਕ ਜਨਰਲ ਬਣ ਜਾਊਗਾ। ਪਰ ਉਸ ਨੂੰ ਉਸ ਤੇ ਜਿਹੜੀ ਸੀਟ ਸ਼ੇਅਰਿੰਗ ਹੈ, ਜਿਹੜਾ ਸਭ ਤੋਂ ਔਖਾ ਸਬਜੈਕਟ ਅੱਜ ਸਵਾਲ ਹੋਏ ਵੀ, ਉਹ ਇਵੋਲਵ ਹੋਊਗਾ, ਉਹਦਾ ਕੋਈ ਤੁਰੰਤ ਸਿੰਗਲ ਫਾਰਮੂਲਾ ਬਣਾ ਕੇ ਕਿ ਇੰਜ ਕਰ ਦੋ, ਸ਼ਾਇਦ ਪੋਸੀਬਲ ਨਾ ਹੋਵੇ। ਚੰਗੀ ਗੱਲ ਇਹ ਹੈ ਕਿ ਇਹਨਾਂ ਸਾਰੀਆਂ ਜਿਹੜੀਆਂ ਪਾਰਟਿਸਪੈਂਟ ਧਿਰਾਂ ਆ, ਜਿਹੜੀਆਂ 26 ਅੱਜ ਵਿਰੋਧੀ ਪਾਰਟੀਆਂ ਦੀਆਂ ਇਕੱਠੀਆਂ ਹੋਈਆਂ, ਇੰਡੀਆ ਇਕੱਠਾ ਹੋਇਆ ਇੰਜ ਕਹਿ ਲਓ, ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ, ਕਿੱਡਾ ਔਖਾ ਨਾ ਆਇਆ, ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਇੰਡੀਆ। ਇਹ ਜਿਹੜਾ ਇੰਡੀਆ ਇਕੱਠਾ ਹੋਇਆ ਵਰਸਸ NDA, ਇਸ ਨੇ ਮਤਲਬ ਜਿਹੜੀ ਅੱਜ ਧਾਂਕ ਜਮਾਈ ਆ ਉਹ ਇੱਕੋ ਹੀ ਆ ਕਿ ਬੱਚੇ ਦਾ ਨਾਮਕਰਨ ਹੋ ਗਿਆ। ਬਾਕੀ ਚੀਜ਼ਾਂ ਉਹ ਅਵੇਅਰ ਹੈਗੇ ਆ, ਇਸੇ ਕਰਕੇ ਉਹ ਆਪਣੇ ਆਪ ਨੂੰ ਵੀ ਅਸ਼ੋਰ ਕਰ ਰਹੇ ਆ ਭਾਈ ਇਹ ਪੁਰਾਣੇ ਜ਼ਮਾਨੇ ਨਹੀਂ, ਨਵੇਂ ਹਾਲਾਤਾਂ 'ਚ ਨਵੇਂ ਦਾ ਪੇਚਾਂ ਦੇ ਨਾਲ ਰਾਜਨੀਤੀ ਕਰਨੀ ਪਊ। ਜੇ ਇਹ ਦੁਬਾਰਾ ਆ ਗਏ ਉਸੇ ਕਿਸਮ ਦੇ ਤਾਂ ਫਿਰ ਜਿੰਨੇ ਕੁ ਅਸੀਂ ਬਚੇ ਆ ਉਦੋਂ ਵੀ ਜਾਏਗੇ। ਇਸ ਕਰਕੇ ਅਕਲ ਇਹ ਹੈ ਕਿ ਵੰਡ ਕੇ ਖਾ ਲਈਏ, ਇਸ ਕਿਸਮ ਦਾ ਮੇਰਾ ਖਿਆਲ ਇਹ ਚੋਂ ਨਿਕਲੇ। ਮੈਂ ਦੂਜੇ ਪਾਸੇ ਵੀ ਜਾਣਾ ਚਾਹੁੰਦਾ ਸੁਖਵਿੰਦਰ, ਇਹਨਾਂ ਦਾ ਤੇ ਅੱਜ ਇੰਨਾ ਹੀ ਸੀਗਾ ਬੇਸਿਕ ਗੱਲ। ਜਿਹੜੀ ਪੋਰਟ ਬਲੇਅਰ ਤੇ ਪ੍ਰਧਾਨ ਮੰਤਰੀ ਗਏ ਤੇ ਉਹ ਅੱਜ ਮੀਡੀਆ, ਨੈਸ਼ਨਲ ਮੀਡੀਆ ਘੁਮਾ ਰਿਹਾ ਸੀ, ਉੱਥੇ ਜਿਹੜੀ ਉਹਨਾਂ ਨੇ ਜ਼ਹਿਰ ਉਗਲੀ ਆ
ਉੱਥੇ ਜਿਹੜੀ ਵਿਰੋਧੀ ਪਾਰਟੀਆਂ ਨੂੰ ਟਾਰਗੇਟ ਕਰਕੇ ਗਿਆ। ਇਹ ਕਹਿੰਦਾ ਜਿਹੜੇ चेहरे ਉੱਥੇ इकट्ठे हुए हैं, ਜਦੋਂ इकट्ठे बैठे देश के लोग देखते हैं तो उनको एक फ्रेम में सारे लोग जब नजर आते हैं तो उनको लगता है कि 20 लाख करोड़ रुपया खाने वाले भ्रष्ट लोग ये सारे बैठे हैं। ये पिक्चर नजर आ रही। उन्होंने इस किस्म का ताबड़तोड़ हमला उन्होंने कर दिता ਤੇ ਇਸ ਲਈ ਜਿਹੜਾ ਇਹ ਉਹਨਾਂ ਨੂੰ ਹੈ ਕਿ ਇਹ ਸਾਰੇ ਕਰਪਟ ਆ, ਪਰਿਵਾਰਵਾਦੀ ਆ, ਭ੍ਰਸ਼ਟ ਆ, ये सारे इकट्ठे हो गए या डर दे मारे इकट्ठे होया और उनका एक ही एजेंडा है मोदी को हराना। इस किस्म दियां पर जिस तरीके नाल प्रधानमंत्री वो जिहड़ा पोर्ट ब्लेयर वाला लैक्चर दे रहे सीगे एनडीए तो पहला जिहड़ी मीटिंग होने तो पहला वो लगातार आ रहा सी, उत्थों ये साफ पता चल गया सी उन्हां दे चेहरे तो, उन्हां दे गल करन दे तरीके तो कि जिन्नियां गाली गलोच वो सारियां नूं कर रहे आ सुखविंदर ਉਹਦੇ ਚ ਉਹਨੂੰ ਥਿੜਕ ਗਏ ਆ, ਬਹੁਤ ਡਰ ਗਏ ਆ, ਬਹੁਤ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਰੈਟਲ, ਥਿੜਕਣਬਾਜੀ, ਬਹੁਤ ਜ਼ਿਆਦਾ ਹਿੱਲ ਜਾਣਾ ਅੰਦਰੋਂ। ਕਹਿੰਦੇ ਮੈਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਨੂੰ ਆਪਣੇ ਭਾਸ਼ਣ ਦੇ ਵਿੱਚ ਉਹ ਨਕਲਾਂ ਵੀ ਲਾ ਰਹੇ ਸੀ, ਤਾੜੀਆਂ ਵੀ ਜਿਵੇਂ ਮਾਰਦੇ ਹੁੰਦੇ ਆ, ਹੱਥ ਪੈਰ ਸਾਰਾ ਕੁਝ ਚੱਲ ਰਿਹਾ ਸੀ, ਪਰ ਜਿਹੜੀ ਆਵਾਜ਼ ਦੇ ਵਿੱਚ ਉਹ ਦਮਕ ਢਮਕ ਸਾਰਾ ਕੁਝ ਹੁੰਦਾ ਉਹ ਸਾਰੀ ਖਤਮ ਸੀ। ਇੰਜ ਲੱਗਦਾ ਸੀਗਾ ਕਿ ਜਿਵੇਂ ਹੁਣ ਉਹ ਇੱਕ ਡਿਫੈਂਸਿਵ ਹੋ ਚੁੱਕਿਆ। ਜਿਹੜੀ ਸ਼ਾਮ ਨੂੰ ਹੋਈ ਹੈ ਉਹ ਹੋਰ ਵੀ ਇੰਟਰਸਟਿੰਗ ਸੀ। हम देश के संविधान को बचाना चाहते हैं, ये देश के संविधान पर कब्जा करना चाहते हैं। विरोधी पार्टियां तो ये डेमोक्रेसी में बहुत ही अच्छी होती हैं, उनकी इज्जत करना चाहिए। ये तो हमें दुश्मन मानते हैं, ये तो हमें खत्म करना चाहते हैं, हमें टारगेट कर रहे हैं। भाई कांग्रेस मुक्त भारत किहने किहा सी सुखविंदर? ਜਦੋਂ ਕਾਂਗਰਸ ਮੁਕਤ ਭਾਰਤ ਕਹਿੰਦੀ ਹੈ, ਤੁਸੀਂ ਵਿਰੋਧੀ ਪਾਰਟੀਆਂ ਨੂੰ ਸੀਨੇ ਲਾ ਰਹੇ ਆ, ਗਲੇ ਲਾ ਰਹੇ ਆ 56 ਇੰਚ ਵਾਲੇ, ਤੁਸੀਂ ਤੇ ਉਹਨਾਂ ਨੂੰ ਖਤਮ ਕਰਨ ਵੱਲ ਚੱਲੇ ਹੋਏ ਸੀ। ਹੁਣ ਜਦੋਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ, ਹੁਣ ਤੁਹਾਨੂੰ ਲੱਗਦਾ ਕਿ ਉਹ ਤੁਹਾਨੂੰ ਖਤਮ ਕਰ ਰਹੇ ਆ। ਪਰਿਵਾਰਵਾਦ ਦਾ ਇੰਨਾ ਜ਼ਿਆਦਾ ਅੱਜ ਰੌਲਾ ਪਾਇਆ, ਹੁਣ ਉਹ ਚੱਲ ਗਏ ਆ ਤੀਰ, ਉਹ ਕਾਰਤੂਸ ਦੇ ਵਿੱਚ ਬਰੂਦ ਨਹੀਂ ਹੈ ਵੀ तेरा परिवार तू बनाया नहीं, जिम्मेवारी कोई निभाई नहीं। खट्टर ने परिवार नहीं बनाया, योगी ने नहीं परिवार बनाया, तुसी ਉਹ ਜਿਹੜੇ ਛੜੇ ਬੰਦੇ ਵਾਂਗੂ ਚਲੋ ਇਹਨਾਂ ਨੇ ਪਰਿਵਾਰ ਬਣਾਇਆ ਪਰ ਚਲਾਇਆ ਨਹੀਂ। ਮੋਦੀ ਜੀ ਨੇ ਮਤਲਬ ਕਹਿੰਦੇ ਆ ਕਿ ਵਿਆਹ ਹੈਗਾ ਆ, ਪਰ ਉਹ ਕਦੀ ਇੰਜ ਨਹੀਂ ਪਤਾ ਲੱਗਦਾ ਕਿ ਹੈਗਾ ਆ। ਜੋ ਵੀ ਹੈ ਤੇ ਤੁਸੀਂ ਜਦੋਂ ਪਰਿਵਾਰ ਦੇ ਵਿੱਚ ਰਹੇ ਹੀ ਨਹੀਂ ਤੇ ਤੁਹਾਨੂੰ ਕੀ ਪਤਾ ਲੱਗੇ ਪਰਿਵਾਰਵਾਦ ਆ ਜਾਂ ਕੁਝ ਹੋਰ ਵਾਦ ਆ। ਫਿਰ ਇੱਕ ਉਹ ਕਹਿੰਦੇ ਆ ਕਿ ਸਾਡਾ ਸਾਰਾ ਹੀ ਦੇਸ਼ ਇੰਡੀਆ ਸਾਡਾ ਇੱਕ ਪਰਿਵਾਰ ਆ। ਵਿਰੋਧੀ ਪਾਰਟੀਆਂ ਕੀ ਕਹਿ ਰਹੀਆਂ ਕਿ ਸਾਰਾ ਹੀ ਇੰਡੀਆ ਸਾਡਾ ਪਰਿਵਾਰ, ਇਹ ਉਹਨੂੰ ਪਰਿਵਾਰਵਾਦ ਕਹਿ ਰਹੇ। ਜਾਣੀ केजरीवाल पे हमला किया ना लेके नहीं, उनके मिनिस्टर दोस्त जेलों में है, जिनका पूरा परिवार केसों में फंसा हुआ है। साफ दिखता गांधी परिवार उन्होंने ही फसाया होया। फिर इसे तरीके ना होर कल्ले कल्ले दा ओदा दीदी दा ममता बैनर्जी दा इनडायरेक्टली जो कल्ले कल्ले ते अटैक किया, कल्ले कल्ले ते किया ते नाल अपनी ये तारीफ मजबूत सरकार है हमारी, मजबूत सरकार होने की वजह से एक देश की तरक्की है, देश खुशहाल हुआ है, देश में ये हो गया। केड़ा दसो तो साई थानू भी खुशहाली दिखे, असी भी ओदी जगह दी सैर करके आ जाइए जिथे खुशहाल है, जिथे खुशबू ही खुशबू आ। भाई तुसी हिल गए हैं, हिल इस के गए हैं कि तानू ये कदी उम्मीद ही नहीं सी। ताड़ियां सारियां गोटियां ही गलियां हलातियां अगलियां ने ਤੇ ਜਦੋਂ ਐਪਲ ਕਾਰਟ ਹਿੱਲ ਜਾਏ ਨਾ ਫਿਰ ਉਹਨੂੰ ਦੁਬਾਰਾ ਇਕੱਠਾ ਕਰਨਾ ਮੁਸ਼ਕਲ ਹੈ। ਚੰਗੀ ਗੱਲ ਇਹ ਸਾਰਿਆਂ 'ਚ ਇਹ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨਾ ਉਹ ਬੜੀ ਸਪੀਡ ਨਾਲ ਨਹੀਂ ਚੱਲ ਰਹੀਆਂ। ਤੁਸੀਂ ਦੇਖੋ 2 ਦਿਨ ਬੈਠੇ ਆ, ਰੋਟੀਆਂ ਪਾਣੀਆਂ ਵੀ ਖਾਧੀਆਂ ਤੇ ਮਾੜਾ ਜਿਹਾ ਇੱਕ ਜਿਸ ਤਰ੍ਹਾਂ ਛੱਪੜ ਦੇ ਵਿੱਚ ਢੀਂ ਮਾਰੀ ਦੀ ਆ ਨਾ, ਦੇਖਦੇ ਆ ਵੀ ਇਹਦਾ ਹੁਣ ਆਵਾਜ਼ ਤੇ ਛੱਲਾਂ ਕਿਹੋ ਜਿਹੀਆਂ ਹੁੰਦੀਆਂ। ਅੱਜ ਉਹਦਾ ਇੰਡੀਆ ਪਾਤਾ, ਹੁਣ ਉਹ ਕਹਿੰਦੇ ਕਿ ਜਰਾ ਥੋੜਾ ਪ੍ਰਧਾਨ ਮੰਤਰੀ ਜਾਂ ਹੋਰ ਐਨਡੀਏ ਨੂੰ ਕਹਿ ਰਹੇ ਆ ਕਿ ਥੋੜਾ ਤੁਸੀਂ ਉਛਲੋ ਕੂਦੋ, ਸਾਨੂੰ ਹੋਰ ਗਾਲਾਂ ਗੂਲਾਂ ਕੱਢੋ ਤਾਂ ਸਾਨੂੰ ਪਤਾ ਲੱਗੇ ਕਿ ਤੁਸੀਂ ਕਿਹੋ ਜਿਹੇ। ਅਗਲੀ ਵਾਰ ਇੱਕ ਹੋਰ ਕਰ ਦੇਣਗੇ, ਚੌਥੀ ਮੀਟਿੰਗ 'ਚ ਹੋਰ ਕਰ ਦੇਣਗੇ, ਪੰਜਵੀਂ 'ਚ ਹੋਰ ਕਰ ਦੇਣਗੇ, ਕਿਉਂਕਿ ਟਾਈਮ ਅਜੇ ਚੋਣਾਂ ਬਹੁਤ ਦੂਰ ਆ। ਤੁਰੰਤ ਸਾਰਾ ਕੁਝ ਹੁਣੇ ਬਣਾ ਲਿਆ ਤੇ ਸਿਰੇ ਕਿਵੇਂ ਲਾਉਣਾ? ਇਹ ਨਾਲੇ ਰੋਟੀਆਂ ਖਾਣਗੇ, ਡਿਨਰ ਕਰਨਗੇ, ਬ੍ਰੇਕਫਾਸਟ ਕਰਿਆ ਕਰਨਗੇ, ਨਾਲੇ ਇੱਕ ਅੱਧੀ ਗੱਲ ਨਵੀਂ ਰੋਜ਼ ਛੱਡ ਦਿਆ ਕਰਨਗੇ ਤਾਂ ਕਿ ਇਹ ਤੜਪ ਤੜਪ ਕੇ ਕਰਲਾ ਕਰਲਾ ਕੇ
ਆਪ ਹੀ ਜਦੋਂ ਤੱਕ ਵੋਟਾਂ ਦੇ ਨੇੜੇ ਤੇੜੇ ਫਰਵਰੀ ਮਾਰਚ ਆਉਣਾ ਉਦੋਂ ਤੱਕ ਥੱਕ ਥੁੱਕ ਕੇ ਬੈਠ ਜਾਣ, ਇਹਨਾਂ ਦੇ ਅੱਲੇ ਪੱਲੇ ਕੁਛ ਰਹੇ ਨਾ। ਇਹ ਸਿਸਟਮ ਚੱਲ ਰਿਹਾ। ਤੁਸੀਂ ਪਤਾ ਨਹੀਂ ਇਹ ਗੱਲ ਨੋਟ ਕੀਤੀ ਕਿ ਨਹੀਂ ਕੀਤੀ, ਮੈਨੂੰ ਇੰਜ ਲੱਗ ਰਿਹਾ ਕਿ ਭਾਵੇਂ 38 ਪਾਰਟੀਆਂ ਇਹ ਕਹਿੰਦੇ ਇਕੱਠੀਆਂ ਕੀਤੀਆਂ, 18-19 ਸੀ ਪਹਿਲਾਂ, ਫਿਰ ਉਹ 30 ਹੋ ਗਈਆਂ, ਫਿਰ ਉਹ ਕਹਿੰਦੇ ਜੀ ਹੁਣ 38 ਹੋ ਗਈਆਂ, ਯਾਨੀ ਉਹ ਇੰਨੀ ਤੇਜ਼ੀ ਨਾਲ ਵਧ ਰਿਹਾ ਨੰਬਰ। ਤੇ ਉਹ ਕੀਤੀਆਂ ਅਸ਼ੋਕਾ ਹੋਟਲ 'ਚ ਇਕੱਠੀਆਂ, ਤੇ ਉਦੋਂ ਬਾਅਦ ਤੁਸੀਂ ਪ੍ਰਧਾਨ ਮੰਤਰੀ ਦਾ, ਮੈਂ ਤੇ ਭਾਸ਼ਣ ਹੀ ਲੱਗਦਾ ਸੀ, ਮੈਨੂੰ ਕੋਈ ਪ੍ਰੈਸ ਕਾਨਫਰੰਸ ਨਹੀਂ ਸੀ ਲੱਗਦੀ ਜਿਹੜਾ ਭਾਸ਼ਣ ਸੁਣਿਆ ਮੈਂ, ਪਤਾ ਨਹੀਂ ਪ੍ਰੀ ਰਿਕਾਰਡਡ ਹੀ ਹੋਵੇ ਪਰ ਸੁਣਿਆ ਜ਼ਰੂਰ ਹੈ। ਉਹਦੇ 'ਚ ਵੀ ਇਹੋ ਸੀ, ਸਵਾਏ ਵਿਰੋਧੀ ਪਾਰਟੀਆਂ ਨੂੰ ਗਾਲੀ ਗਲੋਚ ਦੇ ਜਾਂ ਆਪਣੀਆਂ ਤਾਰੀਫਾਂ ਦੇ, ਕੱਲੀ ਕੱਲੀ ਗੱਲ ਗਿਣੂਗਾ ਤੇ ਪਤਾ ਨਹੀਂ ਅੱਧੀ ਰਾਤ ਲੰਘ ਜੇ ਹੋਰ। ਤਾਂ ਉਹ ਮੈਨੂੰ ਕਾਫੀ ਲੱਗਾ ਕਿ ਇਸ ਵੇਲੇ ਪਹਿਲੀ ਵਾਰੀ ਆ ਕਿ ਐਨਡੀਏ ਦੀ, ਜਾਂ ਖਾਸ ਕਰਕੇ ਉਹਨਾਂ ਦਾ ਜਿਹੜਾ ਚਿਹਰਾ ਜਿਹੜਾ ਪਿਛਲੇ 20 ਸਾਲਾਂ ਦਾ ਸੱਤਾ ਦੇ ਵਿੱਚ ਆ, ਪਹਿਲਾਂ ਚੀਫ ਮਿਨਿਸਟਰ ਤੇ 9 ਸਾਲ ਪ੍ਰਧਾਨ ਮੰਤਰੀ ਤੇ 1 ਸਾਲ ਹੋਰ ਉਹਨਾਂ ਨੇ ਅਜੇ ਕੱਢ ਜਾਣਾ ਆ, ਉਦੋਂ ਬਾਅਦ ਉਹਨਾਂ ਨੂੰ ਇਉਂ ਲੱਗਣ ਲੱਗ ਗਿਆ ਡਰ ਕੇ ਯਾਰ ਮੈਂ ਕਰੂੰ ਕਿ ਇੰਨੀ ਲੰਬੀ ਉਮਰ ਮੈਂ ਸੱਤਾ 'ਚ ਰਿਹਾ, ਚੀਫ ਮਿਨਿਸਟਰ ਲਗਾਤਾਰ ਤੇ ਉਹ ਤੋਂ ਸਿੱਧਾ ਹੀ ਲਗਾਤਾਰ ਪ੍ਰਧਾਨ ਮੰਤਰੀ, ਤੇ ਹੁਣ ਮੈਂ ਕੀ ਕਰੂੰ, ਹੁਣ ਯੂਨਾਈਟਿਡ ਨੇਸ਼ਨ ਤੇ ਜਾਣੋ ਰਹੇ। ਇਸ ਲਈ ਉਹਨਾਂ ਨੂੰ ਥੱਲੇ ਜਾਣਾ ਇੱਕ ਡਰ ਲੱਗ ਰਿਹਾ, ਤੇ ਜਿਵੇਂ ਡਰ ਦੇ ਵਿੱਚੋਂ ਬੰਦਾ ਕਰਲਾਉਣ ਲੱਗ ਜਾਂਦਾ ਤੇ ਇਹੋ ਜਿਹੀਆਂ ਗੱਲਾਂ ਕਰਨ ਲੱਗ ਜਾਂਦਾ ਜਿਹੜੀਆਂ ਕਿ ਅਸਲ 'ਚ ਲੋਕ ਉਹਨਾਂ ਦੇ ਉੱਤੇ ਦੋਸ਼ ਲਾ ਰਹੇ ਆ। ਹੁਣ ਤੁਸੀਂ ਇਹ ਸੋਚੋ ਵੀ ਸੰਵਿਧਾਨ ਦਾ ਜਿਹੜਾ ਖਤਰਾ ਆ ਉਹ ਸਾਰੀ ਦੁਨੀਆ ਕਿੱਥੋਂ ਮਹਿਸੂਸ ਕਰ ਰਹੀ ਆ, ਜਿਹੜਾ ਹਿੰਦੂ ਰਾਸ਼ਟਰਵਾਦ ਚਾਹੁੰਦੇ ਆ, ਜਿਹੜੇ ਇੱਥੇ ਮੰਦਿਰ ਦੇ ਨਾਂ ਤੇ ਵੋਟਾਂ ਲੈ ਰਹੇ ਆ, ਜਾਂ ਜਿਹੜੇ ਐਂਟੀ ਮੁਸਲਿਮ ਦੇ ਨਾਂ ਤੇ ਨਾ ਰਹੇ, ਧਾਰਾ 370 ਹਟਾਉਣ ਦੇ ਨਾਂ ਤੇ ਵੋਟਾਂ ਇਕੱਠੀਆਂ ਕਰ ਰਿਹਾ, ਜਿਹੜਾ ਯੂਨੀਫਾਰਮ ਸਿਵਲ ਕੋਡ ਦੇ ਨਾਂ ਤੇ ਵੋਟਾਂ ਇਕੱਠੀਆਂ ਕਰ ਰਿਹਾ, ਉਹ ਕਿਹਨੂੰ ਚੋਭਾ ਮਾਰ ਰਿਹਾ, ਕਿਹਨੂੰ ਚੁੰਡੀਆਂ ਵੱਢ ਰਿਹਾ, ਤੇ ਕਰ ਤੇ ਇਹ ਕੁਛ ਰਹੇ ਆ। ਸੰਵਿਧਾਨ ਨੂੰ ਕੌਣ ਚੁਣੌਤੀ ਦੇ ਰਿਹਾ, ਇਹ ਦੇ ਰਿਹਾ। ਤੇ ਉਹ ਕਹਿ ਰਿਹਾ ਕਿ ਇਹ ਸੰਵਿਧਾਨ ਨੂੰ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੇ ਆ। ਉਹ ਕਹਿੰਦੇ ਆ, ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਕਿ ਇਹਨਾਂ ਨੇ ਸਾਰੀਆਂ ਏਜੰਸੀਆਂ ਆਪਣੇ ਕੰਟਰੋਲ 'ਚ ਕਰਕੇ ਸਾਨੂੰ ਛੱਡਿਆ ਕੁਛ ਨਹੀਂ। ਉਹ ਹੁਣ ਪ੍ਰਧਾਨ ਮੰਤਰੀ ਉਹ ਗੱਲਾਂ ਕਹਿਣ ਲੱਗ ਗਏ ਆ ਅੱਜ ਦੇ ਭਾਸ਼ਣਾਂ ਤੋਂ, ਮੈਂ ਸੁਣ ਕੇ ਹੈਰਾਨ ਰਿਹਾ ਕਿ ਜਿਹੜੀਆਂ ਗੱਲਾਂ ਵਿਰੋਧੀ ਪਾਰਟੀਆਂ ਇਹਨਾਂ ਤੇ ਦੋਸ਼ ਲਾਉਂਦੀਆਂ, ਉਹ ਉਹਨਾਂ ਹੀ ਭਾਸ਼ਾ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਦੋਸ਼ ਲਾਉਣ ਲੱਗ ਗਏ। ਹੱਦ ਹੀ ਹੋ ਗਈ ਹੈ। ਮੈਂ ਤੇ ਕਲਾਕਾਰੀ ਰਾਜਨੀਤਿਕ ਲੋਕਾਂ ਤੇ ਹੈਰਾਨ ਆ ਕਿ ਸੁਦਾ ਹੀ ਝੂਠ ਤੁਸੀਂ ਸੋਨਾ ਬਣਾ ਕੇ ਕਿਵੇਂ ਵੇਚ ਦਿੰਦੇ ਆ। ਪਤਾ ਨਹੀਂ ਕਿੰਨੇ ਕੁ ਲੋਕ ਉਸ ਨੂੰ ਮੰਨ ਜਾਣਗੇ, ਕਿੰਨੇ ਕੁ ਨਹੀਂ। ਪਰ ਇੱਕ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਇਹ ਜਿਹੜਾ ਤਾਣਾ ਬਾਣਾ ਵਿਰੋਧੀ ਪਾਰਟੀਆਂ ਨੇ ਬਣਾ ਲਿਆ ਤੇ ਆਮਣੇ ਸਾਹਮਣੇ ਦੀ ਟੱਕਰ ਬਣਾ ਦਿੱਤੀ ਆ, ਤੀਜੀ ਧਿਰ ਕੋਈ ਦਿਖਦੀ ਨਹੀਂ, ਰੀਜਨਲ ਪਾਰਟੀਆਂ ਕੋਆਰਡੀਨੇਟ ਕਰਨ ਲੱਗ ਗਈਆਂ, ਉਹਨੇ ਇਸ ਵੇਲੇ ਨੀਂਦ ਹਰਾਮ ਤੇ ਮੋਦੀ ਜੀ ਦੀ ਤੇ ਉਹਨਾਂ ਦੀ ਸਰਕਾਰ ਦੀ ਕਰ ਦਿੱਤੀ ਹੈ। ਜੀ, ਮੇਰੇ ਖਿਆਲ ਦੇ ਵਿੱਚ ਪ੍ਰੋਫੈਸਰ ਤੁਸੀਂ ਗੌਰ ਨਹੀਂ ਕੀਤਾ ਹੋਣਾ, ਪਰ ਮੈਂ ਹੁਣ ਮੇਰੇ ਧਿਆਨ ਚ ਆ ਰਿਹਾ ਸੀ ਕਿ ਤਸਵੀਰਾਂ ਕਿਵੇਂ ਦੀਆਂ ਪਿੱਛੇ ਰਹੀਆਂ। ਜਿਹੜੀ ਤਾਂ ਮਤਲਬ ਫਲੈਕਸ ਬੋਰਡ ਜਿਹੜਾ ਪਿੱਛੇ ਲੱਗਿਆ ਹੁੰਦਾ, ਜਿਹੜਾ ਵਿਰੋਧੀ ਦਲਾਂ ਦਾ ਸੀਗਾ ਇੰਡੀਆ, ਉਹ ਸੀਗਾ ਯੂਨਾਈਟਿਡ ਵੀ ਸਟੈਂਡ, ਉਹ ਚ ਸਾਰਿਆਂ ਦੀ ਇੱਕ ਤਸਵੀਰ ਸੀ, ਇੱਕ ਫਰੇਮ ਦੇ ਵਿੱਚ ਸਾਰਿਆਂ ਦੀ ਤਸਵੀਰ ਸੀਗੀ। ਤੇ ਇੱਕ ਪਾਸੇ ਐਨਡੀਏ ਦੀ ਮੀਟਿੰਗ ਚੱਲ ਰਹੀ ਸੀ, ਉਹਦੇ ਵਿੱਚ ਐਨਡੀਏ ਵੀ ਲਿਖਿਆ, ਉਹ ਚ 25 ਸਾਲ ਵੀ ਲਿਖੇ, ਉਹ ਚ ਸਿਰਫ ਮੋਦੀ ਸਾਹਿਬ ਦੀ ਇੱਕ ਤਸਵੀਰ ਸੀ ਜੋ ਬਹੁਤ ਵੱਡੇ ਪੱਧਰ ਦੇ ਉੱਤੇ, ਜਿਹਨੂੰ ਮਤਲਬ ਕਿ ਬਹੁਤ ਵੱਡੇ ਬੈਨਰ ਦੇ ਉੱਤੇ ਕੱਲੇ ਮੋਦੀ ਸਾਹਿਬ ਹੀ ਨਜ਼ਰ ਆ ਰਹੇ ਸੀ, ਬਾਕੀ ਤਾਂ ਹੋਰ ਕਿਸੇ ਹਾਲ ਨਾ ਕੋਈ ਬਹੁਤਾ ਕੈਮਰਾ ਘੁੰਮਿਆ ਨਾ ਕੁਝ ਹੋਇਆ। ਉਹ ਤਸਵੀਰ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਕਿਵੇਂ ਇੱਕ ਛਤਰੀ ਥੱਲੇ ਸਾਰਿਆਂ ਨੂੰ, ਕਿਵੇਂ ਉਹਨਾਂ ਨੂੰ ਮਤਲਬ ਕਿ ਜਾਂ ਨਿਗਲਿਆ ਗਿਆ ਜਾਂ ਜੋ ਕੁਝ ਵੀ ਕੀਤਾ ਗਿਆ, ਜਾਂ ਜਿਸ ਡਰ ਭੈ ਦੇ ਨਾਲ ਜਾਂ ਜਿਵੇਂ ਵੀ ਛੋਟੇ ਛੋਟੇ ਦਲ ਜਿਵੇਂ ਵੀ ਇਕੱਠੇ ਕੀਤੇ, ਉਹਦੇ ਵਿੱਚ ਕੁਝ ਯੂਨਾਈਟਿਡ ਨਜ਼ਰ ਨਹੀਂ ਆਇਆ, ਉਹਦੇ ਵਿੱਚ ਸਿਰਫ ਇੱਕ ਚਿਹਰਾ ਨਜ਼ਰ ਆਇਆ। ਤੇ ਮੈਂ ਪੰਜਾਬ ਦੀ ਗੱਲ ਨਾਲ ਜੁੜਾਂਗਾ ਕਿਉਂਕਿ ਅਗਲੇ ਸਵਾਲ ਆਪਣੇ ਪੰਜਾਬ ਨਾਲ ਹੋਣਗੇ, ਉਹਦੇ ਤੇ ਵੀ ਗੱਲ ਜ਼ਰੂਰ ਹੈ ਕਿ ਜੋ ਕੁਝ ਪੰਜਾਬ ਭਾਜਪਾ ਦੇ ਵਿੱਚ ਹੋ ਰਿਹਾ, ਵੈਸੇ ਤਾਂ ਸਾਰੇ ਥਾਵਾਂ ਤੇ ਇਹੀ ਹਾਲ ਹੈ, ਕਿਵੇਂ ਬੰਦੇ ਛੱਡ ਕੇ ਜਾ ਰਹੇ ਨੇ ਜਾਂ ਅੰਦਰ ਦੀ ਸਥਿਤੀ ਕੀ ਹੈ ਕਿ 2024 ਤੋਂ ਬਾਅਦ ਕੀ ਬਣੇਗਾ, ਜੇ ਮੋਦੀ ਸਾਹਿਬ ਦਾ ਨਾਮ ਨਾ ਚੱਲਿਆ ਤਾਂ ਕੀ ਹੋਏਗਾ। ਜਿਵੇਂ ਹੁਣ ਇਧਰ ਵਿਜੇ ਸਾਂਪਲਾ ਹੋਰਾਂ ਨੇ ਅਸਤੀਫਾ ਦਿੱਤਾ, ਕੋਈ ਖਬਰ ਬਹੁਤੀ ਸਾਹਮਣੇ ਨਹੀਂ ਆਈ ਕਿ ਕਿਉਂ ਦਿੱਤਾ ਆ, ਬੜੀਆਂ ਕਿਆਸਰਾਈਆਂ ਲੱਗ ਰਹੀਆਂ, ਪਰ ਉਸ ਅਸਤੀਫੇ ਨੇ ਬੀਜੇਪੀ ਨੂੰ ਜ਼ਰੂਰ ਅੰਦਰ ਖਾਤੇ ਕੋਈ ਝਟਕਾ ਦਿੱਤਾ। ਇੱਕ ਗੱਲ ਸਮਝ ਲਓ ਬੜੀ ਸਾਫ਼, ਪੰਜਾਬ ਬੀਜੇਪੀ ਦਾ ਵੱਡਾ ਹਿੱਸਾ ਕਾਂਗਰਸ ਨੂੰ ਵੋਟਾਂ ਪਾਊ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਪਾਈਆਂ ਸੀ। ਉਦੋਂ ਇਸ ਗੱਲ ਦੇ ਡਰ ਚੋਂ ਕਿ ਆਪ ਨਾ ਆ ਜਾਏ, ਇਸ ਕਰਕੇ ਕਾਂਗਰਸ ਜਿੱਤਣੀ ਚਾਹੀਦੀ ਹੈ। ਹੁਣ ਉਹ ਇਸ ਕਰਕੇ ਪਾਉਣਗੇ ਕਿ ਜਿਹੜੀ ਸੁਨੀਲ ਜਾਖੜ ਹੋਣਾ ਦਾ ਪਾਰਟੀ ਤੇ ਕਬਜ਼ਾ, ਉਹ ਦਿੱਲੀ ਵਾਲੀ ਆਪਣੀ ਲੀਡਰਸ਼ਿਪ ਨੂੰ ਸੁਨੇਹਾ ਸਾਫ਼-ਸਾਫ਼ ਦੇਣਾ ਚਾਹੁੰਦੇ ਆ।
ਭਾਈ ਜੋ ਤੁਸੀਂ ਕਰ ਰਹੇ ਆ ਅਸੀਂ ਉਹਦੇ ਤੋਂ ਨਿਰਾਸ਼ ਆ, ਨਾਰਾਜ਼ ਆ, ਅਸੀਂ ਉਹ ਗਾਂਹ ਚੱਲਣ ਨਹੀਂ ਦੇਣਾ। ਆਹ ਲਓ ਤੁਹਾਡਾ ਹੀਜ਼ ਪਿਆਜ਼ ਤੇ ਆਹ ਚੁੱਕੋ ਆਪਣੀ ਲੀਡਰਸ਼ਿਪ, ਜੇ ਹੋਰ ਵੀ ਕਿਸੇ ਨੂੰ ਬਣਾਉਣਾ ਉਹਨਾਂ ਚੋਂ ਤੇ ਬਣਾ ਦਿਓ, ਪਰ ਤੁਹਾਨੂੰ ਇਹੋ ਹੀ ਹਾਲਾਤ ਦੇਖਣੇ ਪੈਣਗੇ। ਦੂਸਰੀ ਗੱਲ ਜਿਹੜੀ ਹੈ, ਇਸ ਵੇਲੇ ਜਿਹੜੀ ਸੈਂਪਲੇ ਦਾ ਰੈਜ਼ਿਗਨੇਸ਼ਨ ਦੇਣਾ, ਉਹ ਇੱਕ ਸੈੱਟ ਸਟੈਂਡਰਡ ਭਾਸ਼ਾ ਹੁੰਦੀ ਹੈ। ਮੈਂ ਨਿੱਜੀ ਰੁਝੇਵਿਆਂ ਆ, ਨਿੱਜੀ ਕਾਰਨਾਂ ਕਰਕੇ, ਨਿੱਜੀ ਕਿਹੜੇ ਕਾਰਨ ਹੁੰਦੇ ਆ, ਅਨਲੈਸ ਕਿ ਕੋਈ ਬਹੁਤ ਹੀ ਹੈਲਥ ਦਾ ਸੀਰੀਅਸ ਕਾਰਨ ਹੋ ਜੇ ਕਿ ਤੁਸੀਂ ਦਫ਼ਤਰੇ ਪਹੁੰਚਣ ਜੋਗੇ ਵੀ ਨਾ ਰਹੋ। ਤੁਸੀਂ ਜਾਣਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਅਖੀਰ ਦੇ ਵਿੱਚ ਜਿਹੜੀ ਆਖਰੀ ਟਰਮ ਸੀ, ਉਹ ਕਾਫੀ ਬਜ਼ੁਰਗ ਸੀਗੇ ਤੇ ਸਿਹਤ ਕੋਈ ਇੰਨੀ ਬਹੁਤ ਵਧੀਆ ਵੀ ਨਹੀਂ ਸੀ, ਪਰ ਸੱਤਾ ਤੇ ਨਹੀਂ ਛੱਡੀ। ਸੱਤਾ ਨਹੀਂ ਕੋਈ ਛੱਡਦਾ, ਕਿਉਂਕਿ ਤੁਹਾਡੀ ਸੇਵਾ ਸਗੋਂ, ਜੇ ਤੁਸੀਂ ਕਮਜ਼ੋਰ ਵੀ ਆ, ਸਿਹਤ ਵੀ ਠੀਕ ਨਹੀਂ ਐ, ਉਸ ਪੋਜੀਸ਼ਨ 'ਚ ਜ਼ਿਆਦਾ ਹੁੰਦੀ ਹੈ ਸੇਵਾ, ਕਿਉਂਕਿ ਤੁਹਾਡੇ ਕੋਲ ਸਾਧਨ ਆ, ਸਾਰੇ ਤੁਹਾਨੂੰ ਸਾਰੇ ਜਾਣਦੇ ਆ। ਹੁਣ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਨਿੱਜੀ ਕਾਰਨਾਂ ਕਰਕੇ ਇਹ ਸੌਦੇ ਤੋਂ ਜਿਹੜਾ ਐਸਸੀ ਨੈਸ਼ਨਲ ਕਮਿਸ਼ਨ ਆ ਉਹਦੇ ਚੇਅਰਮੈਨਸ਼ਿਪ ਤੋਂ ਅਸਤੀਫਾ ਦੇ ਰਿਹਾ, ਵਿਜੇ ਸਿੰਪਲਾ ਨੇ ਕਿਹਾ। ਹੁਣ ਮੀਡੀਆ ਨੇ ਪੁੱਛਿਆ ਜੀ ਫਿਰ ਤੁਸੀਂ ਕੀ ਹੁਣ ਕਿਹੜੀ ਵੱਡੀ ਤੁਹਾਨੂੰ ਇੱਥੇ ਸੇਵਾ ਦੇ ਰਹੇ ਆ ਜਾਂ ਕਾਰੋਬਾਰ ਕਾਗਜ਼ ਤੁਹਾਨੂੰ ਕੰਮ ਦੇ ਰਹੇ ਆ, ਜ਼ਿੰਮੇਵਾਰੀ ਇਹ ਸ਼ਬਦ ਹੁੰਦਾ, ਜ਼ਿੰਮੇਵਾਰੀ ਕਿਹੜੀ ਵੱਡੀ ਜ਼ਿੰਮੇਵਾਰੀ ਦੇ ਰਹੇ ਆ। ਮੇਰੇ ਮਨ 'ਚ ਲੱਗਾ ਕਿ ਸੱਚੀ ਮੁੱਚੀ ਸ਼ਾਇਦ ਇਹ ਗੱਲ ਦੀ ਸਮਝ ਬਣ ਗਈ ਹੋਵੇ ਕਿ ਜੇ ਸੁਨੀਲ ਜਾਖੜ ਹੋਣਾ ਤੋਂ ਥੱਲੇ ਰੋਸ਼ ਆ ਤੇ ਵਿਜੇ ਸਿੰਪਲਾ, ਇਹ ਮੀਡੀਆ ਵੀ ਕਹਿ ਰਿਹਾ ਸੀਗਾ, ਇੱਕ ਸੈਕਸ਼ਨ ਆਫ ਮੀਡੀਆ, ਕਿ ਇਹਨਾਂ ਦਾ ਥੱਲੇ ਪਕੜ ਚੰਗੀ ਆ, ਲੋਕ ਇਹਨਾਂ ਨੂੰ ਸਾਰਿਆਂ ਨਾਲ ਇਹਨਾਂ ਦਾ ਕੰਟੈਕਟ ਚੰਗਾ, ਤੇ ਇਸ ਨੂੰ ਵਰਕਿੰਗ ਪ੍ਰੈਜ਼ੀਡੈਂਟ ਬਣਾ ਦਿਓ। ਮੇਰੇ ਮਨ 'ਚ ਇਹ ਆਈਡੀਆ ਆ ਮੀਡੀਆ ਦੀਆਂ ਉਹਨਾਂ ਬਾਰੇ ਗੱਲਾਂ ਸੁਣ ਤੋਂ। ਪਰ ਜਦੋਂ ਮੀਡੀਆ ਨੇ ਸਿੱਧਾ ਸਿੱਧਾ ਸਵਾਲ ਆਨਲਾਈਨ ਉਹਨਾਂ ਨੂੰ ਲਾਈਨ ਤੇ ਲੈ ਕੇ ਕੀਤਾ, ਭਾਈ ਤੁਸੀਂ ਛੱਡਤਾ, ਕਹਿੰਦੇ ਹਾਂ, ਬੜੀ ਲੋ ਟੋਨ ਦੇ ਵਿੱਚ ਕਹਿ ਰਹੇ ਸੀਗੇ, ਕੋਈ ਐ ਜੋਸ਼ ਵਿੱਚ ਨਹੀਂ ਸੀ ਕਹਿ ਰਹੇ ਕਿ ਨਹੀਂ ਮੇਰੇ ਨਿੱਜੀ ਕੋ ਕਾਰਨ ਤੇ ਮੈਂ ਛੱਡ ਦਿੱਤਾ। ਬੜੇ ਦੋ ਟੁੱਕ ਗੱਲ। ਫਿਰ ਉਹ ਕਹਿੰਦੇ ਜੀ ਹੁਣ ਤੁਹਾਨੂੰ ਕਿਹੜੀ ਜ਼ਿੰਮੇਵਾਰੀ ਮਿਲ ਰਹੀ, ਕਹਿੰਦੇ ਮੈਂ ਤੇ ਤੁਹਾਨੂੰ ਇਹੋ ਜਿਹੀ ਕੋਈ ਗੱਲ ਨਹੀਂ ਕਹੀ, ਮੈਂ ਤੇ ਕਿਹਾ ਕਿ ਮੈਂ ਨਿੱਜੀ ਕਾਰਨਾਂ ਕਰਕੇ ਛੱਡਣਾ ਸੀ, ਉਹ ਛੱਡ ਦਿੱਤਾ। ਹੁਣ ਜੇ ਤੁਸੀਂ ਕੋਈ ਹਵਾ ਉਡਾਈ ਜਾਣੀ ਹੈ ਤੇ ਉਡਾਈ ਜਾਓ। ਹੁਣ ਇੱਥੋਂ ਤੁਸੀਂ ਕੀ ਅੰਦਾਜ਼ਾ ਲਾਓਗੇ? ਇਹਦਾ ਮਤਲਬ ਕਿ ਅਸਲ 'ਚ ਕਾਰਨ ਤੇ ਨਿੱਜੀ ਇਹੀ ਹੈ ਕਿ ਪਾਰਟੀ ਜਿਹੜੀ ਪੰਜਾਬ ਦੀ ਹੈ ਵਿੱਚੇ ਵਿਜੇ ਸਿੰਪਲਾ ਤੇ ਹੋਰ ਉਹ ਲੀਡਰ ਐਸਟੈਬਲਿਸ਼ਡ ਪੁਰਾਣੀ ਲੀਡਰਸ਼ਿਪ ਬਹੁਤ ਦੁਖੀ ਹੈ, ਬਹੁਤ ਗੁੱਸੇ 'ਚ ਵੀ ਹੈ, ਉਹਨਾਂ ਦੇ ਵੱਸ 'ਚ ਨਹੀਂ ਚੱਲਦੀ। ਕਈਆਂ ਨੇ ਓਪਨਲੀ ਆਪਣਾ ਗੁੱਸਾ ਜ਼ਾਹਰ ਵੀ ਕੀਤਾ ਮੀਡੀਆ 'ਚ, ਤੇ ਕਈ ਅੰਦਰੋਂ ਅੰਦਰੀ ਜਿਸ ਤਰੀਕੇ ਨਾਲ ਕਾਨਾਫੂਸੀ ਕਰਕੇ ਇੱਧਰ ਉੱਧਰ ਵਿਸਪਰਿੰਗ ਕਰਕੇ ਤੇ ਉਸ ਗੱਲ ਨੂੰ ਕਰ ਰਿਹਾ। ਪਰ ਇਹਦਾ ਨੈਟ ਨੁਕਸਾਨ ਪੰਜਾਬ ਦੇ ਵਿੱਚ ਬੀਜੇਪੀ ਨੂੰ, ਕਾਂਗਰਸ ਦੇ ਵੱਡੇ ਵੱਡੇ ਸਟਾਲਵਾਰਟ ਲਿਆ ਕੇ ਬੀਜੇਪੀ ਦੇ ਉੱਤੇ ਪੇਂਟ ਕਰਕੇ, ਅੰਦਰ ਕਾਂਗਰਸੀ ਆ, ਉੱਪਰ ਭਗਵਾਂ ਰੰਗ ਪਾ ਕੇ ਥੋੜਾ ਜਿਹਾ ਗਲ ਦੇ ਵਿੱਚ ਉਹ ਕਮਲ ਦਾ ਸਾਫਾ ਜਿਹਾ ਪਾ ਕੇ, ਲਓ ਜੀ ਇਹ ਹੋ ਗਏ ਜੀ, ਇਹ ਨਵੇਂ ਨਵੇਂ ਵੱਡੇ ਲੀਡਰ ਆ ਗਏ, ਬਣੇ ਬਣਾਤੇ ਮਿਲ ਗਏ ਸਾਨੂੰ, ਮੈਨੂਫੈਕਚਰਡ ਪ੍ਰੀ ਫੈਬਰੀਕੇਟਡ, ਜਿਸ ਤਰ੍ਹਾਂ ਦਰਵਾਜ਼ੇ ਬੂਹੇ ਖਿੜਕੀਆਂ ਅੱਜ ਕੱਲ ਬਣਦੇ ਆ ਨਾ, ਇਹ ਪ੍ਰੀ ਫੈਬਰੀਕੇਟਡ ਲੀਡਰ ਆ ਗਏ ਜੀ, ਬੜੇ ਤਕੜੇ, ਸਿੱਧੇ ਸਿੱਧੇ ਪ੍ਰਧਾਨ ਉੱਪਰੋਂ ਡਿੱਗੇ ਆ ਪੈਰਾਚੂਟ ਰਾਹੀਂ। ਹੁਣ ਉਹਦਾ ਗੁੱਸਾ ਥੱਲੇ ਹੈਗਾ। ਰਹੀ ਗੱਲ ਇੱਕ ਦੂਜੀ ਵੀ ਕਰ ਲਓ ਨਾਲ ਹੀ, ਜਿਹੜੀ ਐਨਡੀਏ ਦੇ ਵਿੱਚ ਮੈਂ ਕਿਹਾ ਵੀ ਫਿਰ ਅਕਾਲੀ ਐਤਕੀ ਗਏ ਕਿ ਨਹੀਂ ਗਏ, ਅਕਾਲੀਆਂ ਦਾ ਵੀ ਤੁਹਾਨੂੰ ਪਤਾ, ਨਾ ਇਧਰ ਕੇ ਨਾ ਉਧਰ ਕੇ। ਹੁਣ ਤੁਸੀਂ ਇੱਕ ਪਾਸਾ ਛੱਡਤਾ, ਦੂਜੇ ਪਾਸੇ ਗਏ ਨਹੀਂ, ਨਾ ਉਹ ਅਜੇ ਬੁਲਾ ਰਹੇ ਆ। ਤੇ ਇਹਨਾਂ ਨੂੰ ਵੀ ਜਦੋਂ ਦੋ ਧਿਰੀ ਲੜਾਈ ਆਮੋ ਸਾਹਮਣੇ ਆ, ਤੁਸੀਂ ਇਕੱਲੇ ਤੇ ਲੱਗ ਰਹਿ ਨਹੀਂ ਸਕਦੇ, ਦੋਵਾਂ ਚੋਂ ਇੱਕ ਧਿਰ ਤੇ ਮੱਲਣੀ ਪਊ, ਇੱਕ ਤੇ ਇਹ ਫੈਸਲਾ ਕਰ ਦੇਣ। ਹੁਣ ਇਹਨਾਂ ਲਈ ਥੋੜਾ ਜਿਹਾ ਵਿਰੋਧੀਆਂ ਨਾਲ ਜਾਣਾ ਸੌਖਾ ਰਹੂਗਾ, ਭਾਵੇਂ ਡਿਸਟੈਂਟ ਰਹਿ ਕੇ ਹੀ ਕਰਨ, ਪਰ ਹੋ ਜਾਊਗਾ। ਕਾਰਨ ਮੈਂ ਇਹ ਕਹਿ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਉੱਥੇ ਜਾ ਕੇ ਬਹਿ ਗਿਆ। ਤੁਸੀਂ ਹਾਂ ਢੀਂਡਸੇ ਉਹਨਾਂ ਦਾ ਦੇਖਿਆ, ਵੱਡੇ ਜਿਹੜੇ ਢੀਂਡਸਾ ਹੈਗੇ, ਪਰਮਿੰਦਰ ਢੀਂਡਸਾ ਦੇ ਪਿਤਾ ਜੀ ਸੁਖਦੇਵ ਸਿੰਘ ਢੀਂਡਸਾ, ਉਹ ਉੱਥੇ ਬੈਠੇ ਸੀ ਤੇ ਨਾਮ ਵੀ ਲਿਆ ਗਿਆ कि प्रकाश सिंह बादल के जो आगे लेगेसी ले जा रहे हैं, इतने स्टालवार्ट बड़े स्टालवार्ट की, सुखदेव सिंह उन्होंने ग्रूम किए हुए उनकी जो लेगेसी को आगे ले जा रहे हैं, वो श्रोमणी अकाली दल यू वाले यूनाइटेड यही होगा, यू तो हाँ यही लिखिया सी कि हाँ वो हाँ जी ਪੰਜਾਬੀ ਚ ਪ੍ਰੋਫੈਸਰ ਸੰਯੁਕਤ ਕਹਿੰਦੇ ਨੇ। ਹਾਂ ਤੇ ਉਹ ਕਿਉਂਕਿ ਯੂਨਾਈਟਿਡ ਇੱਕ ਹੋਰ ਵੀ ਸੀ, ਤਾਂ ਕਿ ਮੈਨੂੰ ਥੋੜਾ ਭੁਲੇਖਾ ਲੱਗਾ। ਛੱਡੋ, ਇਹ ਤੇ ਰੋਜ਼ ਨਵੇਂ ਨਾਂ ਆਉਣੇ ਆ, ਨਵੇਂ ਬਦਲਣੇ ਆ। ਪਰ ਇਹ ਗੱਲ ਠੀਕ ਹੈ ਕਿ ਉੱਥੇ ਮੀਟਿੰਗ 'ਚ ਵੀ ਉਹ ਬੈਠੇ ਸੀ ਤੇ ਇਹਨਾਂ ਦੀ ਮੈਂਸ਼ਨ ਵੀ ਹੋਇਆ। ਹੁਣ ਜੇ ਉਹ ਜਾ ਕੇ ਸ਼੍ਰੋਮਣੀ ਅਕਾਲੀ ਦਲ ਵਾਲਾ ਇੱਕ ਉੱਥੇ ਬੈਠ ਹੀ ਗਿਆ ਇੱਕ ਸੈਕਸ਼ਨ, ਤੇ ਉਹਨਾਂ ਨੇ ਉਹਨੂੰ ਹਵਾ ਦੇ ਕੇ ਤੇ ਉੱਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਵੀ ਨਾਲ ਜੋੜ ਦਿੱਤਾ, ਫਿਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਤੇ ਹਰਸਿਮਰਤ ਕੌਰ ਬਾਦਲ ਉਹਨਾਂ ਦੀ ਜਗ੍ਹਾ ਤੇ ਉੱਥੇ ਰਹੀ ਨਹੀਂ।
ਇਸ ਲਈ ਇਹਨਾਂ ਨੂੰ ਵੀ ਹੁਣ ਸੋਚ ਲੈਣਾ ਚਾਹੀਦਾ ਕਿ ਕਿਹੜਾ ਪਿੜ ਮੱਲਣਾ, ਜਾਂ ਫਿਰ ਇਸ ਤਰ੍ਹਾਂ ਕਹਿ ਦੇਣ ਵੀ ਇਹ ਸਾਨੂੰ ਕੋਈ ਪਰਵਾਹ ਨਹੀਂ ਹੈ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਦੀ, ਅਸੀਂ ਤੇ ਤਿਆਰੀ ਕਰ ਰਹੇ ਹਾਂ 2027 ਦੀ, ਤੇ ਵੱਡੇ ਪੱਧਰ ਤੇ ਜੋ ਵੀ ਇਸ ਤਰ੍ਹਾਂ ਮੋਰਚੇ ਲਾਉਂਦੇ ਹੁੰਦੇ ਆ, ਆਨੰਦਪੁਰ ਸਾਹਿਬ ਤੋਂ ਸ਼ੁਰੂ ਕਰ ਦੇਣ, ਜਾਂ ਉਹ ਦਮਦਮਾ ਸਾਹਿਬ ਤੋਂ ਕਰ ਦੇਣ, ਤੇ ਭਾਵੇਂ ਅੰਮ੍ਰਿਤਸਰ ਤੋਂ ਕਰ ਦੇਣ, ਮੋਰਚਾਬੰਦੀ ਸ਼ੁਰੂ ਕਰ ਦੇਣ, ਤੇ ਮੈਨੂੰ ਲੱਗਦਾ ਕਿ ਇਹ ਦੁਬਾਰਾ ਕਾਫੀ ਹੱਦ ਤੱਕ ਆਪਣੀ ਖੋਈ ਹੋਈ ਛਵੀ, ਰਾਜਨੀਤਿਕ ਛਵੀ ਹੈ, ਉਹਨੂੰ ਬਹਾਲ ਕਰ ਸਕਦੇ। ਮੈਂ ਪ੍ਰੋਫੈਸਰ ਸਾਹਿਬ ਇਸੇ ਸਵਾਲ ਤੇ ਹੋਣਾ ਸੀਗਾ, ਇਹਨੂੰ ਆਖਰੀ ਰੱਖਦੇ ਆ, ਭਾਵੇਂ ਛੋਟਾ ਜਵਾਬ ਦਿਓ ਕਿ ਸੁਖਦੇਵ ਸਿੰਘ ਢੀਂਡਸਾ ਇਹ ਗੱਲ ਕਰਦੇ ਨੇ ਕਿ ਅਸੀਂ ਭਾਜਪਾ ਦੇ ਨਾਲ ਮਿਲ ਕੇ ਸਿੱਖਾਂ ਦੇ ਮਸਲੇ ਹੱਲ ਕਰਾਂਗੇ। ਇਹ ਬੜਾ ਅਹਿਮ ਹੋ ਜਾਂਦਾ। ਅਕਾਲੀ ਦਲ ਵੀ ਇਹੀ ਕਹਿੰਦਾ ਰਿਹਾ, ਕਦੇ ਇਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਸਿੱਖਾਂ ਦੇ ਮਸਲੇ ਹੈ ਕਿਹੜੇ ਤੇ ਉਹਨਾਂ ਲਈ ਕਿਹੜਾ ਰੋਡ ਮੈਪ ਹੈ ਇਹਨਾਂ ਕੋਲੇ ਜਿਹੜਾ ਇਹ ਦੱਸਣਗੇ ਕਿ ਭਾਈ ਏਦਾਂ ਹੱਲ ਕਰਾਉਣਾ। ਬੀਜੇਪੀ ਤਾਂ ਸੁਪਨੇ 25 ਸਾਲ ਜਾਂ 100 ਸਾਲ ਜਿਹੜੇ ਆਜ਼ਾਦੀ ਦੇ ਨੇ ਉਹ ਮਨਾਉਣ ਤੱਕ ਦੇਖ ਰਹੀ ਹੈ, ਤੇ ਇਹ ਆਪਣੀਆਂ ਸਿਰਫ ਇੱਥੋਂ ਤੱਕ ਸੀਮਤ ਨੇ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਉਣੇ ਨੇ। ਹੁਣ ਪਤਾ ਨਹੀਂ ਇਹ ਸਿਰਫ ਵੋਟ ਬੈਂਕ ਦੀ ਖਾਤਰ ਹੈ, ਜਾਂ ਕੋਈ ਅਸੂਲਨ ਲੜਾਈ ਹੈ, ਜਾਂ ਉਹ ਪੰਜਾਬ ਨੂੰ ਲੈ ਕੇ ਕੋਈ ਗੱਲ ਅੱਗੇ ਤੋਰਨੀ ਹੈ, ਜਾਂ ਫਿਰ ਸਿਰਫ ਇੱਕ ਸੀਟ ਸ਼ੇਅਰਿੰਗ ਤੱਕ ਮਤਲਬ ਹੈ ਕਿ ਕਿੱਦਾਂ ਸਾਨੂੰ ਕੇਂਦਰੀ ਕੈਬਨਿਟ 'ਚ ਵੀ ਥਾਂ ਮਿਲ ਜੇ, ਇੱਥੇ ਵੀ ਕੋਈ ਇੱਕ ਅੱਧੀ ਸੀਟ ਮਿਲ ਜੇ, ਏਦਾਂ ਕੁਝ। ਟੁੱਕੜ ਮੰਗਣ ਗਏ ਆ, ਪੈ ਗਏ ਤੇ ਵਧੀਆ, ਨਹੀਂ ਤੇ ਮੁੜ ਆਈਦਾ ਹੁੰਦਾ। ਤੁਹਾਨੂੰ ਪਤਾ ਹੀ ਹੈ ਜਿਹੜੇ ਟੁੱਕੜ ਮੰਗਦੇ ਆ ਵੀ ਸਾਨੂੰ ਪੰਜਾਬ ਦਾ ਭਲਾ ਕੀ ਕਰਨਾ, ਸਾਨੂੰ ਪ੍ਰੋਜੈਕਟ ਦੇ ਦਿਓ ਜੀ, ਸਾਨੂੰ ਕੋਈ 1000 ਕਰੋੜ ਦਾ ਇਸ ਤਰੀਕੇ ਨਾਲ ਕੋਈ ਸਪੈਸ਼ਲ ਪੈਕੇਜ ਦੇ ਦਿਓ ਜੀ, ਇਹੋ ਜਿਹੀਆਂ ਗੱਲਾਂ ਕਰਨਗੇ। ਜਾ ਕੇ ਉਹਨਾਂ ਦੀ ਮਰਜ਼ੀ ਹੋਊ ਤੇ ਟੁੱਕੜ ਪਾ ਦੇਣਗੇ, ਨਹੀਂ ਤੇ ਬੈਠੇ ਰਹਿਣਗੇ। ਭਾਈ ਸਾਹਿਬ, ਰਾਜਨੀਤੀ ਸੀਨਾ ਤਾਣ ਕੇ, ਆਪਣਾ ਨੈਗੋਸ਼ੀਏਸ਼ਨ ਕਰਕੇ, ਹਿੱਕ ਤਾਣ ਕੇ, ਲੜਾਈ ਨਾਲ, ਡਾਂਗ ਦੇ ਜ਼ੋਰ ਨਾਲ ਤੁਹਾਨੂੰ ਚੀਜ਼ਾਂ ਮਿਲਦੀਆਂ। ਇਹ ਕਿਹਨੂੰ ਨਹੀਂ ਪਤਾ ਹੈਗਾ? ਇਹ ਅਨਪੜ੍ਹ ਨੂੰ ਵੀ ਪਤਾ, ਇਹ ਜਾਨਵਰਾਂ ਨੂੰ ਵੀ ਪਤਾ। ਜਦੋਂ ਸ਼ੇਰਾਂ ਦੇ ਵਿੱਚ ਇੱਕ ਦੂਜਾ ਸ਼ੇਰ ਆਣ ਵੜਦਾ, ਲਹੂ ਲਹਾਨ ਹੋ ਜਾਂਦੇ ਆਪਣੀ ਆਪਣੀ ਜੂਰਿਸਡਿਕਸ਼ਨ ਲਈ। ਤੇ ਅਸੀਂ ਤੇ ਹੈ ਹੀ ਸ਼ੇਰ, ਸਾਨੂੰ ਤੇ 10ਵੇਂ ਪਾਤਸ਼ਾਹ ਨੇ ਸ਼ੇਰ ਹੀ ਬਣਾਇਆ, ਸਿੰਘ ਸਾਰਿਆਂ ਦੇ ਪਿੱਛੇ ਲਾਇਆ, ਐਵੇਂ ਲਾਇਆ ਨਾ ਵੀ ਤੁਸੀਂ ਸ਼ੇਰ ਆ। ਤੇ ਫਿਰ ਤੁਸੀਂ ਹੁਣ ਉੱਥੇ ਜਾ ਕੇ ਅਗਲਿਆਂ ਨਾਲ ਰਲ ਕੇ, ਅਗਲਿਆਂ ਦੇ ਥੱਲੇ ਬੈਠ ਕੇ, ਬਿਲਕੁਲ ਜਿੱਥੇ ਉਹ ਬਿਠਾਉਣਗੇ ਉੱਥੇ ਬੈਠ ਕੇ ਤੁਸੀਂ ਕਹੋਗੇ ਕਿ ਅਸੀਂ ਪੰਜਾਬ ਦੀ ਸੇਵਾ ਕਰਨ ਚੱਲੇ ਹਾਂ। ਸੇਵਾ ਨਹੀਂ ਕਰਨਗੇ। ਜੇ ਉਹ ਤੁਹਾਨੂੰ 10 ਪੈਸਿਆਂ ਦਾ ਕੋਈ ਚੀਜ਼ ਦੇਣਗੇ ਤੇ 50 ਪੈਸਿਆਂ ਦੀ ਲੈ ਜਾਣਗੇ। ਉਹ ਅਡਾਨੀ ਲਈ ਸੜਕਾਂ ਚੌੜੀਆਂ ਕਰਨਗੇ, ਅਡਾਨੀ ਨੂੰ ਜ਼ਮੀਨਾਂ ਦੇਣਗੇ, ਅਡਾਨੀ ਦੇ ਗੋਡਾਊਨ ਬਣਨਗੇ, ਅਡਾਨੀ ਲਈ ਵਪਾਰ ਸੈਂਟਰਲ ਏਸ਼ੀਆ ਤੱਕ ਤੁਹਾਡੇ ਪੰਜਾਬ ਥਾਣੀ ਖੋਲਣਗੇ। ਤੁਸੀਂ ਕਹੋਗੇ ਜੀ 7 ਵਚਨ, ਜੀ 7 ਵਚਨ। ਕਿਸਾਨ ਡਾਂਗਾ ਲੈ ਕੇ ਕਹਿਣਗੇ ਸਾਨੂੰ ਮੁਆਵਜ਼ਾ ਦਿਓ, ਸਾਨੂੰ ਬਰਾਬਰ ਦਾ ਮੁਆਵਜ਼ਾ ਦਿਓ, ਹਾਂ ਕੰਮ ਚਲੀ ਜਾਊਗਾ। ਤੁਸੀਂ ਵਿੱਚ ਮਿਡਲਮੈਨ ਹੋਗੇ, ਚਲੋ ਯਾਰ ਇੱਥੇ ਕਿ ਜੇ ਕਰ ਲਓ। ਤੇ ਇਹ ਕੰਮ ਤੁਸੀਂ ਕਰੋਗੇ, ਤੁਸੀਂ ਪੰਜਾਬ ਦੀ ਸੇਵਾ ਨਹੀਂ ਕਰ ਸਕਦੇ। ਪੰਜਾਬ ਸੇਵਾ ਆਪਣੀ ਕਰਾਉਣੀ ਕਰਾਉਣੀ। ਪੰਜਾਬ ਤੇ ਦੂਜਿਆਂ ਦੀ ਸੇਵਾ ਕਰਤਾ, ਹਮੇਸ਼ਾ ਕੀਤੀ ਆ। ਅਸੀਂ ਤੇ ਦੂਜਿਆਂ ਦੇ ਹੱਕਾਂ ਲਈ ਲੜਨ ਲਈ ਬੜੇ ਤਕੜੇ ਆ, ਸਾਨੂੰ ਆਪਣੇ ਹੱਕ ਦੀ ਤੇ ਕੋਈ ਗੱਲੇ ਹੀ ਨਹੀਂ। ਸਾਨੂੰ ਤੇ ਪੰਜਾਬੀਆਂ ਨੂੰ ਮਾਰਿਆ ਸਾਡਿਆਂ ਲੀਡਰਾਂ ਨੇ, ਜਿਹੜੇ ਕਿ ਪੁੱਠੇ ਕੰਮ ਆਪ ਕਰਦੇ ਆ, ਤੇ ਉਹਦੀ ਕੀਮਤ ਜਨਤਾ ਨੂੰ ਉਤਾਰਨੀ ਪੈਂਦੀ। ਤੁਸੀਂ ਨਿੱਜੀ ਮਫਾਦਾਂ ਲਈ ਸਰਕਾਰਾਂ 'ਚ ਆ ਕੇ ਧਨ ਦੌਲਤ ਬਣਾਉਣੇ, ਵਪਾਰ ਲੁੱਟਣੇ, ਸਮਾਨ ਨੂੰ ਪੰਜਾਬ ਦੇ ਸਾਧ, ਉਹ ਸਾਰੇ ਜਿਹੜੇ 2 ਨੰਬਰੀ ਕੰਮ ਕਰਦੇ ਆ। ਨੀਅਤ ਸਾਫ਼ ਕਰ ਲਓ। ਪੰਜਾਬ 'ਚ ਕਿਹੜੀ ਚੀਜ਼ ਨਹੀਂ ਹੈ? ਮੈਨ ਪਾਵਰ ਨਹੀਂ ਹੈ, ਜਾਂ ਕੁਦਰਤੀ ਸੋਮੇ ਨਹੀਂ ਹੈ? ਕਿਹੜੀ ਚੀਜ਼ ਨਹੀਂ ਹੈ? ਹਰ ਚੀਜ਼ ਪੰਜਾਬ 'ਚ ਪਈ ਹੈ, ਅੱਜ ਵੀ ਪਈ ਹੈ। ਪਰ ਜੇ ਤੁਸੀਂ ਖੁਦ ਹੀ ਇਹੋ ਜਿਹੀਆਂ ਹੀ ਗੱਲਾਂ ਕਰਨੀਆਂ ਕਿ ਅਸੀਂ ਨਾਲ ਰਲ ਕੇ ਕੁਝ ਲੈ ਕੇ ਆਵਾਂਗੇ, ਭਾਈ ਫਿਰ ਤੇ ਬਚਿਆ ਖੁਚਿਆ ਮਿਲੂਗਾ। ਮੇਨ ਕੋਰਸ ਖਾਣਾ ਖਾ ਲਿਆ ਹੋਊਗਾ, ਜਿਹੜਾ ਬਚਿਆ ਹੋਊਗਾ ਕਹਿੰਦੇ ਸੀ ਨਾ ਦੇ ਦਿਓ, ਹੁਣ ਕਮੀਆਂ ਨੂੰ ਦੇ ਦਿਓ, ਉਹ ਤੁਸੀਂ ਲੈ ਆਇਓ। ਫਿਰ ਜੇ ਬਾਸਾ ਹੋਊ ਤੇ ਸੁੱਟ ਦਿਓ, ਜੇ ਖਾਣ ਵਾਲਾ ਹੋਊ ਤੇ ਖਾ ਲਿਓ। ਇਹ ਹਾਲਤ ਨਾ ਕਰੋ ਪੰਜਾਬ ਦੀ। ਇਹ ਪੰਜਾਬ ਲਈ ਬੇਇੱਜ਼ਤੀ ਦੀ ਗੱਲ ਹੈ। ਮੈਂ ਕੋਈ ਇਸ ਨੂੰ ਅਣਖ ਦਾ ਸਵਾਲ ਨਹੀਂ ਬਣਾ ਰਿਹਾ। ਸੱਤਾ ਲੜ ਕੇ ਲਈ ਜਾਂਦੀ ਆ, ਕੌਣ ਦਿੰਦਾ ਤੁਹਾਨੂੰ? ਬਈ ਪੰਜਾਬ ਜੋ ਚਾਹੁੰਦਾ ਉਹ ਦੇਣਗੇ? ਕਦੀ ਵੀ ਨਹੀਂ ਦੇਣਗੇ। ਉਹਨਾਂ ਦਾ ਏਜੰਡਾ ਕੀ ਆ? ਹਿੰਦੂ ਰਾਸ਼ਟਰ। ਤੁਹਾਡਾ ਏਜੰਡਾ ਕੀ ਆ? ਤੁਹਾਡਾ ਏਜੰਡਾ ਮਨਵਾਦੀ ਆ। ਤੁਹਾਡਾ ਏਜੰਡਾ ਕੋਈ ਖਾਲਿਸਤਾਨ ਨਹੀਂ ਹੈ, ਤੁਹਾਡਾ ਏਜੰਡਾ ਕੋਈ ਉਹ ਨਹੀਂ ਹੈ। ਤੁਹਾਡਾ ਏਜੰਡਾ ਹੈ ਕਿ ਜਾਤਾਂ ਤੋਂ ਤੇ ਜੈਂਡਰ ਤੋਂ ਤੇ ਹੋਰ ਚੀਜ਼ ਤੋਂ, ਜੈਂਡਰ ਦੀ ਜਿਹੜੀ ਵਖਰੇਵਾਂ, ਔਰਤਾਂ ਦਾ ਜਿਹੜਾ ਦਰਜੇ ਨੂੰ ਅਸੀਂ ਰੱਖਦੇ ਹਾਂ ਥੱਲੇ, ਪੈਟਰੀਆਰਕਲ ਸੁਸਾਇਟੀ ਦੇ ਵਿੱਚ, ਮਰਦ ਪ੍ਰਧਾਨ ਸਮਾਜ ਦੇ ਵਿੱਚ, ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਸ ਨੂੰ ਮੰਦਾ ਕਿਉਂ ਕਹਿੰਦੇ ਆ ਔਰਤ ਨੂੰ? ਉਸ ਦਾ ਰੁਤਬਾ ਬਹਾਲ ਕਰਨਾ, ਜਾਤਾਂ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਇਨਸਾਨ ਸਮਝਣਾ, ਇਨਸਾਫ ਕਰਨਾ, ਕਿਸੇ ਨਾਲ ਧੱਕਾ ਨਹੀਂ ਕਰਨਾ, ਸਭ ਦੇ ਲਈ ਚੰਗਾ ਮੰਗਣਾ, ਔਰ ਸਭ ਲਈ ਚੰਗਾ ਜੀਵਨ ਜੀਣ ਲਈ ਆਪਣੇ ਹਿੱਸੇ ਚੋਂ ਕੁਝ ਦੇਣਾ। ਇਹ ਕਿਹੜਾ ਕਰੂਗਾ? ਮੈਨੂੰ ਦੱਸੋ। ਉਹ ਤੁਹਾਨੂੰ ਕੋਈ ਕਰਨ ਵਾਲੇ ਇਹੋ ਜਿਹਾ ਦੇਣ ਵਾਲੇ ਹੈਗੇ? ਤੁਹਾਡਾ ਏਜੰਡਾ ਤੇ ਤੁਹਾਡੇ ਗੁਰੂ ਸਾਹਿਬਾਨਾਂ ਨੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਕੇ ਤੁਹਾਨੂੰ ਫੜਾ ਗਏ, ਤੁਹਾਡਾ ਉਹ ਪਾਰਟੀ ਪ੍ਰੋਗਰਾਮ ਹੀ ਹੈ, ਉਧਰ ਨੂੰ ਧਿਆਨ ਨਹੀਂ ਦਿੰਦੇ। ਉੱਥੇ ਤੁਸੀਂ ਇਹੋ ਹੀ ਰੌਲਾ ਪਾਇਆ ਕਿ ਗੁਰਬਾਣੀ ਕਿਸ ਤਰ੍ਹਾਂ ਪਹੁੰਚਾਉਣੀ ਆ, ਕਿਹੜੇ ਚੈਨਲ ਨੂੰ ਦੇਣੀ, ਕਿੱਧਰ ਨੂੰ ਨਹੀਂ ਦੇਣੀ, ਉੱਥੇ ਤੱਕ ਹੀ ਸੀਮਿਤ ਕਰ ਦਿੱਤਾ ਸਾਰਾ ਕੁਝ। ਉਹਦੇ ਚ ਵਿਚਾਰ ਕੀ ਆ, ਉਹ ਕੋਈ ਗੱਲ ਕਰਦਾ ਹੀ ਨਹੀਂ ਹੈ, ਉਹਨੂੰ ਪੋਲਿਟਿਕਸ ਦੇ ਵਿੱਚ ਕੋਈ ਉਤਾਰਦਾ ਨਹੀਂ ਹੈ। ਇਸ ਲਈ ਤੁਸੀਂ ਦੁਨੀਆ ਨੂੰ ਪੋਲਿਟਿਕਸ ਸਿਖਾਉਣੀ ਆ, ਨਾ ਕਿ ਦੂਜਿਆਂ ਦੇ ਘਰ ਚ ਵੜ ਕੇ ਤੇ ਉੱਥੇ ਤੁਸੀਂ ਕੁਝ ਜਿਹੜਾ ਮਿਲ ਗਿਆ, ਜਿੰਨਾ ਕੁ ਮਿਲ ਗਿਆ ਲੈ ਕੇ ਤੇ ਇੱਧਰ ਨੂੰ ਆਉਣਾ। ਉਹ ਤੁਹਾਡਾ ਕੰਮ ਨਹੀਂ ਕਰੂਗਾ। ਪੰਜਾਬ ਪੰਜਾਬ ਨਹੀਂ ਰਹੂਗਾ, ਪੰਜਾਬੀਅਤ ਨਹੀਂ ਰਹੂਗੀ, ਤੇ ਪੰਜਾਬੀ ਵੀ ਨਹੀਂ ਰਹੂਗੀ। ਇਹ ਵੀ ਮੈਂ ਤੁਹਾਨੂੰ ਦੱਸ ਦਿਆਂ, ਜਿਸ ਢੰਗ ਦੇ ਨਾਲ ਸਾਰਾ ਕੁਝ ਚੱਲ ਰਿਹਾ, ਨਾਲ ਰਲ ਰਲ ਕੇ ਦਾ ਹੀ ਨੁਕਸਾਨ ਆ। ਖੜੇ ਹੋ ਜਾਓ, ਬਚ ਜਾਓ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ।